ਦੋਹਰਾ ਜੈਤਾਨੰਦਾ ਸਿੱਖ ਦਵੈ ਸੰਗ ਪਿਰਾਗਾ ਹੋਏ। ਸ਼੍ਰੀ ਅਰਜਨ ਕੇ ਚਰਨ ਟਿਗ ਆਏ ਨਿਵੇਂ ਤ੍ਰੈ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰ ਸ਼ਬਦਾ ਅਵਤਾਰ, ਦਿਨ ਤੇ ਦੁਨੀਆ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਜੁੜ ਬੈਠੀ ਗੁਰੂ ਕਾ ਖਾਸ ਰੂਪ, ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਨਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਦੀਨ ਦਿਆਲ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਕਥਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਸਿੱਖਾਂ ਨੂੰ ਉਪਦੇਸ਼ ਦੇ ਕੇ ਕਰਤਾਰਥ ਕਰ ਰਹੇ ਹਨ। ਸਤਿਗੁਰੂ ਜੀ ਉਪਦੇਸ਼ ਉਸ ਵਕਤ ਬਖਸ਼ਦੇ ਨੇ ਜਦੋਂ ਆਪਣੇ ਕਿਸੇ ਸਿੱਖ ਤੇ ਸਤਿਗੁਰੂ ਜੀ ਤੁੱਠਦੇ ਹਨ। ਜਦੋਂ ਤੁੱਠਦੇ ਨੇ ਉਦੋਂ ਆਪਣੇ ਸਿੱਖ ਨੂੰ ਉਪਦੇਸ਼ ਦੇ ਕੇ ਕਰਤਾਰਥ ਕਰਦੇ। ਗੁਰ ਤੁੱਠੈ ਹਰ ਉਪਦੇਸਿਆ, ਹਰ ਭੇਟਿਆ ਰਾਉ ਨਿਸੰਗ। ਆਓ ਕੁਝ ਸਿੱਖ ਮਹਾਰਾਜ ਜੀ ਦੇ ਚਰਨਾਂ ਚ ਆਏ ਨੇ, ਇਹਨਾਂ ਨੂੰ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਅੱਜ ਦੇ ਇਸ ਪ੍ਰਕਰਣ ਵਿੱਚ ਸਿੱਖਾਂ ਦੀ ਭਗਤਮਾਲਾ ਜੋ ਹੈ, ਜੋ ਪਿਛਲੇ ਤਕਰੀਬਨ 1 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਹੈ, ਅੱਜ ਦੀ ਕਥਾ ਵਿੱਚ ਇਸ ਭਗਤਮਾਲਾ ਦੀ, ਸਿੱਖਾਂ ਦੀ ਭਗਤਮਾਲਾ ਦੀ ਸਮਾਪਤੀ ਵੀ ਹੋਣੀ ਹੈ ਔਰ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਅੱਗੇ ਲੜੀਵਾਰ ਚੱਲੇਗੀ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੈਤਾਨੰਦਾ ਸਿੱਖ ਦਵੈ ਸੰਗ ਪਿਰਾਗਾ ਹੋਏ। ਭਾਈ ਜੈਤਾਨੰਦ ਜੀ, ਭਾਈ ਪਰਾਗਾ ਜੀ, ਇਹ ਦੋਵੇਂ ਸਿੱਖ ਸ਼੍ਰੀ ਅਰਜਨ ਕੇ ਚਰਨ ਟਿਗ ਆਏ ਨਿਵੇਂ ਤ੍ਰੈ ਸੋਏ। ਇਹ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਭਾਈ ਜੈਤਾ ਜੀ, ਭਾਈ ਨੰਦਾ ਜੀ ਔਰ ਭਾਈ ਪਰਾਗਾ ਜੀ, ਇਹ 3 ਸਿੱਖ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਨਿਵੇਂ ਹਨ। ਚੌਪਈ ਹੱਥ ਜੋੜ ਕਰ ਅਰਜ ਗੁਜਾਰੀ। ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਬੋਲੇ, ਕੀਜੇ ਅਸ ਉਪਦੇਸ਼ ਉਚਾਰੀ।
ਮਹਾਰਾਜ ਜੀ ਕਿਰਪਾ ਕਰਕੇ ਆਪ ਜੀ ਸਾਨੂੰ ਐਸਾ ਪਵਿੱਤਰ ਪਾਵਨ ਉਪਦੇਸ਼ ਬਖਸ਼ਿਸ਼ ਕਰੋ, ਜਿਸ ਤੇ ਅਪਰ ਨ ਤਰ ਤਬ ਰਹੇ। ਐਸਾ ਉਪਦੇਸ਼ ਦਿਓ ਕਿ ਜਿਸ ਨੂੰ ਸੁਣ ਕੇ, ਜਿਸ ਨੂੰ ਮੰਨ ਕੇ, ਜਿਸ ਨੂੰ ਕਮਾ ਕੇ ਸਾਨੂੰ ਕੁਝ ਹੋਰ ਕਰਨ ਦੀ ਇੱਛਾ ਨਾ ਰਹੇ। ਐਸਾ ਉਪਦੇਸ਼ ਦਿਓ ਜਿਸ ਨੂੰ ਸੁਣ ਮਨ ਕਮਾ ਕੇ ਸਾਨੂੰ ਕੁਝ ਹੋਰ ਕਰਤੱਵ ਕਰਨ ਨੂੰ ਬਾਕੀ ਨਾ ਰਹੇ। ਧਰੇ ਹਿਰਦੇ ਆਛੋ ਪਦ ਲਹੇ। ਔਰ ਆਪ ਜੀ ਦਾ ਪਵਿੱਤਰ ਉਪਦੇਸ਼ ਆਪਣੇ ਹਿਰਦੇ 'ਚ ਧਾਰਨ ਕਰਕੇ ਅਸੀਂ ਉੱਤਮ ਔਰ ਸਰਬ ਸ੍ਰੇਸ਼ਟ ਜੋ ਗਤ ਹੈ, ਮੁਕਤੀ ਹੈ, ਉਹ ਪ੍ਰਾਪਤ ਕਰ ਸਕੀਏ। ਸ਼੍ਰੀ ਮੁਖ ਤੇ ਉਪਦੇਸ਼ ਬਖਾਨਾ। ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਇੰਦਰੇ ਰੋਕੋ ਬਨ ਸਾਵਧਾਨਾ। ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਜੈਤਾ ਜੀ, ਭਾਈ ਨੰਦਾ ਜੀ, ਭਾਈ ਪਰਾਗਾ ਜੀ, ਸੁਣੋ, ਆਪਣੀਆਂ ਇੰਦਰੀਆਂ ਤੇ ਕਾਬੂ ਕਰਨ ਦਾ ਯਤਨ ਕਰੋ। ਇੰਦਰੀਆਂ ਤੇ ਕੰਟਰੋਲ ਕਰਨ ਦਾ ਯਤਨ ਕਰੋ। ਯਤਨ ਕਰੋ, ਅਭਿਆਸ ਕਰੋ ਕਿ ਜਦੋਂ ਇਹਨਾਂ ਅੱਖਾਂ ਨਾਲ ਵੇਖਦਿਆਂ ਮਨ ਵਿੱਚ ਕੋਈ ਮਾੜਾ ਫੁਰਨਾ ਫੁਰਨ ਲੱਗੇ ਤੇ ਆਪਣੀਆਂ ਅੱਖਾਂ ਨੀਵੀਆਂ ਕਰ ਲਓ। ਕੰਨਾਂ ਨਾਲ ਜੇ ਕੋਈ ਕੋਲ ਨਿੰਦਾ ਕਰ ਰਿਹਾ ਹੈ ਤਾਂ ਉੱਠ ਕੇ ਉੱਥੋਂ ਪਾਸੇ ਚਲੇ ਜਾਓ। ਇਹ ਇੰਦਰੀਆਂ ਦਾ ਦਮਨ ਹੈ। ਜਿਵੇਂ ਸਮ, ਦਮ, ਤਤਿਕਸ਼ਾ, ਪ੍ਰਾਣਾਯਾਮ, ਇਹ ਜਿਹੜੀਆਂ ਸਾਧਨਾਵਾਂ ਦੱਸੀਆਂ ਜਾਂਦੀਆਂ ਨੇ, ਜੋ ਦਮ ਹੈ ਉਹਦਾ ਮਤਲਬ ਹੈ ਇੰਦਰੀਆਂ ਦਾ ਦਮਨ ਕਰਨਾ। ਇਹ ਵੀ ਇੱਕ ਪ੍ਰਕਾਰ ਦੀ ਸਾਧਨਾ ਹੈ। ਮਹਾਰਾਜ ਜੀ ਕਹਿੰਦੇ, ਭਾਈ ਪਰਾਗਾ ਜੀ, ਆਪਣੀਆਂ ਇੰਦਰੀਆਂ ਦਾ ਦਮਨ ਕਰੋ, ਆਪਣੀਆਂ ਇੰਦਰੀਆਂ ਤੇ ਕਾਬੂ ਕਰਨ ਦਾ ਯਤਨ ਕਰੋ। ਸਵਾਸ ਸਵਾਸ ਸਿਮਰੋ ਅਠ ਜਾਮ। ਔਰ ਜਿੱਥੇ ਇੰਦਰੀਆਂ ਦਾ ਦਮਨ ਕਰਨਾ ਹੈ ਉੱਥੇ ਆਪਣੇ ਹਰ ਇੱਕ ਸਵਾਸ ਨਾਲ ਅੱਠੇ ਪੈਰ ਪ੍ਰਮਾਤਮਾ ਦਾ ਚਿੰਤਨ ਕਰਨਾ, ਨਾਮ ਜਪਣਾ, ਨਾਮ ਸਿਮਰਨਾ। ਵਾਹਿਗੁਰੂ ਵਾਹਿਗੁਰੂ। ਇਹ ਪਾਵਨ ਪਵਿੱਤਰ ਅੰਮ੍ਰਿਤ ਨਾਮ ਆਪਣੇ ਹਰ ਇੱਕ ਸਾਹ ਨਾਲ ਸਿਮਰਨਾ ਹੈ। ਸਭ ਤੇ ਊਚ ਵਾਹਿਗੁਰੂ ਨਾਮ। ਸਭ ਤੋਂ ਉੱਚਾ ਪਰਮੇਸ਼ਰ ਦਾ ਇਹੀ ਨਾਮ ਹੈ, ਵਾਹਿਗੁਰੂ। ਇਹ ਸਭ ਤੋਂ ਉੱਚਾ ਹੈ, ਸਭ ਤੋਂ ਸ੍ਰੇਸ਼ਟ ਹੈ। ਜਪੇ ਟਿਕੇ ਨੈ ਬ੍ਰਿਤ ਨਿਹਾਰੋ। ਜਦੋਂ ਤੁਸੀਂ ਵੇਖੋ ਕਿ ਤੁਹਾਡੀ ਬਿਰਤੀ ਟਿਕ ਨਹੀਂ ਰਹੀ, ਤੁਹਾਡੀ ਬਿਰਤੀ 'ਚ ਟਿਕਾ ਨਹੀਂ ਹੋ ਰਿਹਾ, ਆਵੇ ਵੈਰ ਤਾਂ ਸ਼ਬਦ ਉਚਾਰੋ। ਜਦੋਂ ਜਪਦਿਆਂ ਜਪਦਿਆਂ ਤੁਹਾਡੀ ਬਿਰਤੀ ਬਾਹਰ ਨੂੰ ਜਾਣ ਲੱਗੇ, ਬਿਰਤੀ ਨਾ ਟਿਕੇ, ਬਾਹਰ ਨੂੰ ਭੱਜਣ ਲੱਗੇ, ਤਾਂ ਇਸ ਬਿਰਤੀ ਨੂੰ ਮੋੜਨ ਵਾਸਤੇ ਫਿਰ ਗੁਰਬਾਣੀ ਦਾ ਸ਼ਬਦ ਪੜੋ। ਕੋਈ ਨਾ ਕੋਈ ਗੁਰਬਾਣੀ ਦਾ ਸ਼ਬਦ ਪੜ੍ਹ ਕੇ ਇਸ ਮਨ ਨੂੰ, ਮਨ ਦੀਆਂ ਬਿਰਤੀਆਂ ਨੂੰ ਬਾਹਰ ਭੱਜਣ ਤੋਂ ਰੋਕ ਕੇ ਮੁੜ ਕੇ ਫੇਰ ਅੰਦਰ ਲੈ ਕੇ ਆ ਕੇ ਟਿਕਾਓ। ਰਾਖੋ ਪਰਚਾ ਸਤਿਗੁਰ ਬਾਣੀ। ਗੁਰੂ ਕੀ ਬਾਣੀ ਵਿੱਚ ਆਪਣੇ ਮਨ ਦਾ ਪਰਚਾ ਰੱਖਣਾ ਹੈ। ਪਰਚਾ ਹੁੰਦਾ ਵਰਤਣ ਵਰਲੇਵਾ, ਯਾਨੀ ਕਿ ਆਪਣੇ ਇਸ ਮਨ ਨੂੰ ਗੁਰਬਾਣੀ ਵਿੱਚ, ਗੁਰੂ ਦੇ ਸ਼ਬਦ ਵਿੱਚ ਪਰਚਾ ਕੇ ਰੱਖਣਾ ਹੈ। ਤਿਸਈ ਤੇ ਹੋਵੋ ਬ੍ਰਹਮ ਗਿਆਨੀ। ਐਸਾ ਕਰਨ ਨਾਲ ਹੀ ਤੁਸੀਂ ਇੱਕ ਦਿਨ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਓਗੇ। ਸ਼੍ਰੀ ਸਤਿਗੁਰ ਤੇ ਸੁਨ ਉਪਦੇਸ਼। ਮਹਾਰਾਜ ਜੀ ਪਾਸੋਂ ਇਹ ਪਵਿੱਤਰ ਪਾਵਨ ਉਪਦੇਸ਼ ਇਹਨਾਂ ਨੇ ਸੁਣਿਆ ਹੈ। ਲਗੇ ਕਰਨ ਤਿਸ ਰੀਤ ਹਮੇਸ਼। ਜਿਵੇਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਇਹ ਤਿੰਨੇ ਗੁਰਸਿੱਖ ਉਸੇ ਤਰ੍ਹਾਂ ਕਰਨ ਲੱਗੇ ਹਨ। ਵਿਪਰਨ ਦੇਖ ਕਯੋ ਕਿਆ ਕੀਨਾ। ਕਈ ਬ੍ਰਾਹਮਣ ਵੇਖ ਕੇ ਇਹਨਾਂ ਤੇ ਕਿੰਤੂ ਕਰਨ ਲੱਗੇ, ਇਹਨਾਂ ਤੇ ਸ਼ੰਕਾ ਕਰਕੇ ਕਹਿੰਦੇ, ਆਹ ਕੀ ਕੀਤਾ ਤੁਸੀਂ? ਕਰਮ ਕਾਂਡ ਸਗਰੋ ਤਜ ਦੀਨਾ। ਤੁਸੀਂ ਜਿੰਨੇ ਕਰਮ ਕਾਂਡ ਨੇ ਉਹ ਛੱਡ ਦਿੱਤੇ ਹਨ। ਨਿਤ
ਨਮਿਤ ਕਰਮ ਸਭ ਤਿਆਗੇ ਜਿਹੜੇ ਨਿਤ ਕਰਮ ਨੇ ਜਾਂ ਨਮਿਤ ਕਰਮ ਨੇ ਉਹ ਤੁਸੀਂ ਸਾਰੇ ਹੀ ਤਿਆਗ ਦਿੱਤੇ ਹਨ। ਭ੍ਰਿਸ਼ਟ ਪਏ ਤੁਮ ਕਿਸ ਮਗ ਲਾਗੇ ਤੁਸੀਂ ਤਾਂ ਭ੍ਰਿਸ਼ਟ ਹੋ ਗਏ ਹੋ, ਤੁਸੀਂ ਹੋਰ ਹੀ ਰਸਤੇ ਤੇ ਲੱਗ ਗਏ ਹੋ। ਨਾ ਤੁਸੀਂ ਨਿਤ ਕਰਮ ਕਰਦੇ ਹੋ, ਨਾ ਤੁਸੀਂ ਨਮਿਤ ਕਰਮ ਕਰਦੇ ਹੋ। ਨਿਤ ਕਰਮਾਂ ਵਿੱਚ ਆਉਂਦਾ ਜਿਵੇਂ ਤਰਪਣ ਕਰਨਾ, ਗਾਇਤਰੀ ਮੰਤਰ ਦਾ ਜਾਪ ਕਰਨਾ, ਸੰਧਿਆ ਕਰਨੀ, ਸੂਰਜ ਨੂੰ ਜਲ ਦੇਣਾ, ਇਹ ਨਿਤ ਕਰਮ ਹੈ। ਨਮਿਤ ਕਰਮ ਹੁੰਦਾ ਜਿਵੇਂ ਕਿਸੇ ਦੇ ਵਾਸਤੇ ਕਰਨਾ, ਜਿਵੇਂ ਕਿਸੇ ਮਰੇ ਹੋਏ ਪ੍ਰਾਣੀ ਵਾਸਤੇ ਸਰਾਧ ਕਰਨੇ, ਉਹਦੇ ਵਾਸਤੇ ਪਿੰਡ ਤਾਰਨੇ, ਪੱਤਲ ਕਿਰਿਆ ਆਦਿਕ ਕਰਮ ਕਰਨੇ। ਇਹ ਕਹਿਣ ਲੱਗੇ ਪੰਡਤ ਬ੍ਰਾਹਮਣ ਸਿੱਖਾਂ ਨੂੰ, ਭਾਈ ਪਰਾਗਾ ਜੀ ਹੋਣਾ ਨੂੰ, ਕਿ ਤੁਸੀਂ ਇਹ ਨਿਤ ਤੇ ਨਮਿਤ ਕਰਮ ਜਿਹੜੇ ਨੇ ਇਹ ਬਿਲਕੁਲ ਹੀ ਤਿਆਗ ਦਿੱਤੇ ਨੇ ਔਰ ਹੋਰ ਹੀ ਰਸਤੇ ਤੇ ਤੁਸੀਂ ਹੋਰ ਹੀ ਮਾਰਗ ਤੇ ਚੱਲ ਪਏ ਹੋ। ਗਨ ਪੰਡਤ ਮੈਂ ਤਿਨੋ ਬਖਾਨਾ ਉਸ ਵਕਤ ਭਾਈ ਪਰਾਗਾ ਜੀ ਹੋਣੀ ਜਿੰਨੇ ਸਿੱਖ ਸਨ ਉਹਨਾਂ ਬ੍ਰਾਹਮਣਾਂ ਦੇ ਵਿੱਚ, ਉਹਨਾਂ ਪੰਡਤਾਂ ਦੇ ਵਿੱਚ ਬੋਲੇ, ਮਿਲਿਓ ਹਮੇ ਸਤਿਗੁਰੂ ਮਹਾਨਾ। ਭਾਈ ਪਰਾਗਾ ਜੀ ਕਹਿਣ ਲੱਗੇ ਸਾਨੂੰ ਮਹਾਨ ਸਤਿਗੁਰੂ, ਪੂਰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਿਲ ਗਏ ਹਨ। ਤਬ ਤੇ ਮਿਰਤਕ ਪਿਤਾ ਅਗਿਆਨ ਜਿਸ ਦਿਨ ਤੋਂ ਸਾਨੂੰ ਸਤਿਗੁਰੂ ਜੀ ਮਿਲੇ ਨੇ ਉਸ ਦਿਨ ਤੋਂ ਬਾਅਦ ਸਾਡਾ ਜਿਹੜਾ ਪਿਤਾ ਅਗਿਆਨ ਰੂਪੀ ਪਿਤਾ ਜਿਹਨੇ ਸਾਨੂੰ ਜੰਮਿਆ, ਦਰਅਸਲ ਸਾਡਾ ਜਨਮ ਅਗਿਆਨ ਚੋਂ ਹੋਇਆ। ਕਹਿੰਦੇ ਜਿਹੜਾ ਉਹ ਅਗਿਆਨ ਰੂਪੀ ਪਿਤਾ ਉਸੇ ਦਿਨ ਮਰ ਗਿਆ ਜਿਸ ਦਿਨ ਸਾਨੂੰ ਗੁਰੂ ਅਰਜਨ ਦੇਵ ਸਾਹਿਬ ਮਿਲੇ। ਸਾਡਾ ਜਿਹੜਾ ਅਗਿਆਨ ਰੂਪੀ ਬਾਪ ਹੈ ਉਸੇ ਦਿਨ ਉਹਦੀ ਮੌਤ ਹੋ ਗਈ। ਜਨਮਿਓ ਘਰ ਸਪੂਤ ਬ੍ਰਹਮ ਗਿਆਨ ਔਰ ਸਾਡੇ ਘਰ ਦੇ ਵਿੱਚ ਬ੍ਰਹਮ ਗਿਆਨ ਰੂਪੀ ਸਪੁੱਤਰ ਉਤਪੰਨ ਹੋ ਗਿਆ। ਬ੍ਰਹਮ ਗਿਆਨ ਰੂਪੀ ਪੁੱਤਰ ਸਾਡੇ ਘਰ ਵਿੱਚ ਉਜਾਗਰ ਹੋ ਗਿਆ। ਮਰਨ ਜਨਮ ਤੇ ਸੂਤਕ ਭਇਓ ਜਿਹੜਾ ਜਨਮ ਤੇ ਮਰਨ ਦਾ ਵੱਡਾ ਭਾਰੀ ਸੂਤਕ ਹੈ। ਤਬ ਤੇ ਕਰਮ ਕਾਂਡ ਮਿਟ ਗਇਓ ਜਦੋਂ ਦਾ ਇਹ ਸੂਤਕ ਹੋਇਆ ਉਦੋਂ ਦਾ ਸਾਡਾ ਜਿੰਨਾ ਵੀ ਕਰਮ ਕਾਂਡ ਕਰਨ ਦਾ ਭਾਵ ਹੈ ਉਹ ਖਤਮ ਹੋ ਗਿਆ। ਉਸੇ ਦਿਨ ਸਾਡੇ ਸਾਰੇ ਕਰਮ ਕਾਂਡ ਮਿਟ ਗਏ ਹਨ। ਨਹੀਂ ਕਰਮ ਲੇਖੇ ਸੋ ਲਗੰਤੇ ਕਿਉਂਕਿ ਜਿਹੜੇ ਕਰਮ ਕਾਂਡ ਦੇ ਕੀਤੇ ਹੋਏ ਕਰਮ ਨੇ ਕਿਸੇ ਲੇਖੇ ਵਿੱਚ ਨਹੀਂ ਲੱਗਦੇ। ਜਿਨ ਕੇ ਸੂਤਕ ਹੋਤ ਪਨੰਤੇ ਕਿ ਤੁਹਾਡਾ ਬ੍ਰਾਹਮਣਾਂ ਦਾ ਹੀ ਕਹਿਣਾ ਹੈ ਵੀ ਜਿਹੜਾ ਅਪਵਿੱਤਰ ਸੂਤਕ ਕਹਿੰਦੇ ਨੇ ਵੀ ਅਪਵਿੱਤਰਤਾ ਸਹਿਤ ਕੋਈ ਕਰਮ ਕਰਦਾ ਹੈ ਉਹਦੇ ਕਰਮ ਦਾ ਉਹਨੂੰ ਕੋਈ ਫਲ ਨਹੀਂ ਮਿਲਦਾ। ਭਾਈ ਪਰਾਗਾ ਜੀ ਹੋਣਾ ਨੇ ਵਿਅੰਗ ਕਰਦਿਆਂ ਕਿਹਾ, ਕਹਿੰਦੇ ਵੀ ਸਾਡੇ ਤਾਂ ਸੂਤਕ ਹੋ ਗਿਆ ਕਿਉਂਕਿ ਸਾਡਾ ਗਿਆਨ ਰੂਪੀ ਪਿਓ ਮਰ ਗਿਆ। ਹੁਣ ਜਿਸ ਘਰ ਵਿੱਚ ਮੌਤ ਹੋਵੇ ਫਿਰ ਜਦੋਂ ਗਿਆਨ ਰੂਪੀ ਪੁੱਤਰ ਪੈਦਾ, ਜਿੱਥੇ ਬੱਚਾ ਜਨਮ ਲੈਂਦਾ ਉੱਥੇ ਵੀ ਸੂਤਕ ਇਹ ਮੰਨਦੇ ਨੇ, ਜਿੱਥੇ ਕੋਈ ਮੌਤ ਹੁੰਦੀ ਆ ਉੱਥੇ ਵੀ ਇਹ ਸੂਤਕ ਮੰਨਦੇ ਨੇ। ਭਾਈ ਪਰਾਗਾ ਜੀ ਕਹਿੰਦੇ ਸਾਡੇ ਤਾਂ ਹੁਣ ਸੂਤਕ ਹੋ ਗਿਆ, ਅਗਿਆਨ ਮਰਿਆ ਤੇ ਗਿਆਨ ਜਿਹੜਾ ਉਹ ਪੈਦਾ ਹੋਇਆ। ਹੁਣ ਜੇ ਅਸੀਂ ਸੂਤਕ ਵਾਲੇ ਹੋ ਕੇ ਕੋਈ ਕਰਮ ਕਰਾਂਗੇ ਉਹ ਤਾਂ ਪ੍ਰਵਾਨ ਹੀ ਨਹੀਂ ਹੋਣਾ, ਇਹ ਤੁਹਾਡਾ ਹੀ ਕਹਿਣਾ। ਖਾਲਸਾ ਜੀ ਇਹਨੂੰ ਉਸ਼ਟ ਲੱਕੜ ਨਿਆਏ ਕਹਿੰਦੇ ਨੇ ਵੀ ਅਗਲੇ ਦੀ ਗੱਲ ਚੋਂ ਹੀ ਗੱਲ ਕੱਢ ਕੇ, ਜਿਵੇਂ ਊਂਠ ਦੇ ਉੱਤੇ ਲੱਕੜੀਆਂ ਲੱਦੀਆਂ ਹੁੰਦੀਆਂ, ਚੱਲਣੋਂ ਊਂਠ ਰੁਕ ਜਾਏ। ਉਹ ਜਿਹੜੀਆਂ ਲੱਕੜਾਂ ਊਂਠ ਦੇ ਉੱਤੇ ਲੱਦੀਆਂ ਨੇ ਉਹਦੇ ਵਿੱਚੋਂ ਇੱਕ ਲੱਕੜ ਕੱਢੀ, ਜ਼ੋਰ ਨਾਲ ਮਾਰੀ, ਊਂਠ ਦੀ ਪਿੱਠ ਤੇ ਟੋਰ ਲਿਆ। ਇਸੇ ਤਰ੍ਹਾਂ ਇਹਨੂੰ ਉਸ਼ਟ ਲੱਕੜ ਨਿਆਏ ਕਹਿੰਦੇ ਕਿ ਜਿਹੜੀ ਗੱਲ ਅਗਲਾ ਕਰੇ ਉਹਦੀ ਗੱਲ ਵਿੱਚੋਂ ਗੱਲ ਫੜ ਕੇ ਉਹਨੂੰ ਦਲੀਲ ਦੇਣੀ। ਭਾਈ ਪਰਾਗਾ ਜੀ ਹੋਣੀ ਕਹਿੰਦੇ ਸਾਡੇ ਤਾਂ ਸੂਤਕ ਹੋ ਗਿਆ ਬਈ। ਹੁਣ ਜਦੋਂ ਤੁਸੀਂ ਕਹਿੰਦੇ ਹੋ ਵੀ ਸੂਤਕ ਵਾਲੇ ਘਰ ਵਿੱਚ ਕਰਮ ਕਾਂਡ ਕੀਤੇ ਦਾ ਕੋਈ ਫਾਇਦਾ ਨਹੀਂ, ਇਸ ਕਰਕੇ ਅਸੀਂ ਕਰਮ ਕਾਂਡ ਕਰਨੇ ਛੱਡ ਹੀ ਦਿੱਤੇ ਨੇ ਕਿਉਂਕਿ ਸਾਡੇ ਘਰ ਸੂਤਕ ਬਣਿਆ ਹੋਇਆ। ਹਾਂਜੀ, ਤੁਮ ਤੇ ਹੀ ਅਮ ਸੁਨ ਇਸ ਭਾਤ ਇਹ ਗੱਲ ਅਸੀਂ ਤੁਹਾਡੇ ਕੋਲੋਂ ਹੀ ਸੁਣੀ ਆ, ਤੁਸੀਂ ਇਹ ਗੱਲਾਂ ਸਾਨੂੰ ਕਹਿੰਦੇ ਹੋ, ਸੁਣਾਉਂਦੇ ਹੋ। ਤਿਆਗੇ ਕਰਮ ਜਾਨ ਬਖਿਆਤ ਇਹ ਗੱਲ ਤੁਸੀਂ ਪ੍ਰਗਟ ਰੂਪ 'ਚ ਜਾਣ ਲਓ, ਇਸੇ ਕਰਕੇ ਅਸੀਂ ਸਾਰੇ ਕਰਮ ਕਾਂਡ ਤਿਆਗ ਦਿੱਤੇ ਹਨ। ਕਹੋ ਜੇ ਸੂਤਕ ਥੋਰੋ ਰਹੇ
ਜੇ ਤੁਸੀਂ ਕਹੋ ਕਿ ਸੂਤਕ ਥੋੜੇ ਸਮੇਂ ਲਈ ਰਹਿੰਦਾ, ਮੰਨ ਲਓ ਕਿਸੇ ਘਰ ਵਿੱਚ ਮੌਤ ਹੋਵੇ ਜਾਂ ਕਿਸੇ ਘਰ ਵਿੱਚ ਬੱਚਾ ਜਨਮ ਲੈਂਦਾ, 5 ਦਿਨ 7 ਦਿਨ 10 ਦਿਨ ਹੀ ਸੂਤਕ ਰਹਿੰਦਾ, ਉਸ ਘਰ 'ਚ ਮੁੜ ਕੇ ਚਲਿਆ ਜਾਂਦਾ। ਜੇ ਤੁਸੀਂ ਇਹ ਗੱਲ ਕਹੋ ਸਾਨੂੰ ਕਿ ਸੂਤਕ ਥੋੜੇ ਸਮੇਂ 'ਚ ਰਹਿੰਦਾ, ਹੁਣ ਤਾਂ ਤੁਸੀਂ ਕਰਮਕਾਂਡ ਕਰਿਆ ਕਰੋ, ਤਾਂ ਬੜੀ ਪੁਰਾਣੀ ਗੱਲ ਹੋ ਗਈ। ਹੁਣ ਗਿਆਨ ਰੂਪੀ ਪੁੱਤਰ ਪੈਦਾ ਹੋਇਆ, ਅਗਿਆਨ ਰੂਪੀ ਬਾਪ ਮਰਿਆ, ਉਹਦਾ ਹੁਣ ਪੁਰਾਣਾ ਹੋ ਗਿਆ, ਹੁਣ ਉਹ ਸੂਤਕ ਤਾਂ ਚਲਾ ਗਿਆ। ਜੇ ਇਹ ਗੱਲ ਹੁਣ ਤੁਸੀਂ ਕਹੋ, ਗੁਰ ਕੀ ਆਗਿਆ ਇਸ ਬਿਦ ਆਹੇ, ਕਹਿਣ ਲੱਗੇ ਸਾਡੇ ਗੁਰਦੇਵ ਦੀ ਸਾਨੂੰ ਇਸ ਤਰ੍ਹਾਂ ਦੀ ਆਗਿਆ ਹੈ, ਨਾਭੀ ਤੇ ਜਬ ਉਪਜੇ ਸਵਾਸ, ਕਿ ਸਾਡੀ ਜਿਹੜੀ ਨਾਭੀ ਹੈ, ਨਾਭੀ ਤੋਂ ਸਵਾਸ ਉੱਪਰ ਨੂੰ ਉੱਠਦਾ ਹੈ। ਜਿਹੜਾ ਸਵਾਸ ਸਾਡੇ ਨੱਕ ਚੋਂ ਬਾਹਰ ਆਉਂਦਾ, ਉੱਠਦਾ ਨਾਭੀ ਚੋਂ ਹੈ। ਨਾਭੀ ਤੋਂ ਜਦੋਂ ਸਵਾਸ ਉਪਜਦਾ ਹੈ, ਤਬ ਤੋਂ ਜਨਮ ਸੋਹਤ ਪ੍ਰਕਾਸ਼, ਜਦੋਂ ਉਹ ਸਵਾਸ ਉੱਠ ਕੇ ਬਾਹਰ ਨੂੰ ਆਵੇ ਤਾਂ ਜ਼ਿੰਦਗੀ ਹੈ, ਤੇ ਉਦੋਂ ਇਸ ਮਨੁੱਖ ਦਾ ਸਮਝ ਲਓ ਜਨਮ ਹੁੰਦਾ ਹੈ। ਜਿੰਨੀ ਦੇਰ ਤੱਕ ਉਹ ਸਵਾਸ ਉਪਜਦਾ ਰਹੇ, ਉਦੋਂ ਤੱਕ ਇਹਦਾ ਜਨਮ ਹੁੰਦਾ ਰਹਿੰਦਾ, ਉਦੋਂ ਤੱਕ ਇਹਦਾ ਜਨਮ ਹੁੰਦਾ ਹੈ। ਵਹਿਰ ਨਾਸਕਾ ਤੇ ਨਿਕਸਾਏ, ਉਹ ਸਵਾਸ ਜਦੋਂ ਨੱਕ ਚੋਂ ਨਿਕਲ ਕੇ ਬਾਹਰ ਚਲਾ ਜਾਂਦਾ ਹੈ, ਤਬ ਤਿਨ ਕੋ ਮਰਨੋ ਹੋਏ ਜਾਏ, ਉਹ ਸਵਾਸ ਦੀ ਫਿਰ ਮੌਤ ਹੋ ਜਾਂਦੀ। ਜਦੋਂ ਨਾਭੀ ਵਿੱਚੋਂ ਸਵਾਸ ਉੱਠਦਾ, ਉਦੋਂ ਉਹਦਾ ਜਨਮ ਹੁੰਦਾ ਹੈ। ਉਹੀ ਸਵਾਸ ਨੱਕ ਚੋਂ ਨਿਕਲ ਕੇ ਬਾਹਰ ਚਲਾ ਗਿਆ, ਉਦੋਂ ਸਵਾਸ ਦੀ ਮੌਤ ਹੋ ਗਈ। ਫਿਰ ਇਹ ਪ੍ਰਕਿਰਿਆ ਜਿਹੜੀ ਜਨਮ ਮਰਨ ਦੀ ਤਾਂ ਹਰ ਵੇਲੇ ਹੀ ਚੱਲ ਰਹੀ ਹੈ। ਸੂਤਕ ਤਾਂ ਫਿਰ ਬਣਿਆ ਹੋਇਆ, ਅਸੀਂ ਕਰਮਕਾਂਡ ਕਿਵੇਂ ਕਰੀਏ? ਇਹ ਸੂਤਕ ਤਾਂ ਫਿਰ ਉਸੇ ਤਰ੍ਹਾਂ ਚੱਲ ਰਿਹਾ ਹੈ, ਇਹ ਪਵਿੱਤਰਤਾ ਤਾਂ ਫਿਰ ਉਸੇ ਤਰ੍ਹਾਂ ਨਿਰੰਤਰ ਚੱਲ ਰਹੀ ਹੈ। ਸੂਤਕ ਬਿਨਾ ਕਰਮ ਕੋ ਸਮੈ, ਸੂਤਕ ਤੋਂ ਬਿਨਾ ਹੁਣ ਅਸੀਂ ਕਿਵੇਂ ਕਰਮ ਕਰੀਏ? ਰਹੇ ਵਿਚਾਰ ਨਾ ਪ੍ਰਾਪਤ ਹਮੇ, ਭਾਈ ਪਰਾਗਾ ਜੀ ਕਹਿੰਦੇ ਸਾਨੂੰ ਹੁਣ ਸੂਤਕ ਤੋਂ ਵੇਲ ਹੀ ਨਹੀਂ ਮਿਲਦੀ, ਸਾਡੇ ਸੂਤਕ ਹਰ ਵੇਲੇ ਹੀ ਰਹਿੰਦਾ। ਜਦੋਂ ਨਾਭੀ ਜੋ ਸਵਾਸ ਉੱਠਿਆ ਉਦੋਂ ਜਨਮ ਹੋਇਆ, ਜਦੋਂ ਬਾਹਰ ਨਿਕਲ ਗਿਆ ਉਦੋਂ ਮੌਤ ਹੋ ਗਈ। ਤੇ ਸਾਨੂੰ ਹੁਣ ਪਤਾ ਹੀ ਨਹੀਂ ਲੱਗ ਰਿਹਾ ਵੀ ਕਦੋਂ ਇਹ ਸੂਤਕ ਖਤਮ ਹੋਵੇ ਤੇ ਕਦੋਂ ਅਸੀਂ ਕਰਮਕਾਂਡ ਕਰੀਏ। ਇਸ ਕਰਕੇ ਅਸੀਂ ਕਰਮਕਾਂਡ ਛੱਡ ਹੀ ਦਿੱਤੇ ਨੇ। ਤਰਪਣ ਕਰਨੇ ਜਾਂ ਗਾਇਤਰੀ ਮੰਤਰ ਪੜਨਾ, ਪੂਜਾ ਕਰਨੀ, ਹਵਨ ਕਰਨੇ, ਸਰਾਧ ਕਰਨੇ, ਇਹ ਕਰਮ ਕਿਉਂਕਿ ਅਪਵਿੱਤਰਤਾ ਨਾਲ ਇਹ ਕੀਤੇ ਨਹੀਂ ਜਾ ਸਕਦੇ, ਸੂਤਕ ਨਾਲ ਨਹੀਂ ਕੀਤੇ ਜਾ ਸਕਦੇ। ਕਹਿੰਦੇ ਸਾਡੇ ਇਸ ਤਰ੍ਹਾਂ ਸੂਤਕ ਬਣਿਆ, ਇਸ ਕਰਕੇ ਪੰਡਤ ਜੀ ਅਸੀਂ ਛੱਡ ਹੀ ਦਿੱਤੇ। ਜਦੋਂ ਇਹ ਜਵਾਬ ਦਿੱਤਾ ਨਾ, ਪੰਡਤਾਂ ਨੂੰ ਨਹੀਂ ਕੋਈ ਅੱਗੋਂ ਜਵਾਬ ਆਇਆ, ਉਹਨਾਂ ਨੂੰ ਨਹੀਂ ਫਿਰ ਕੋਈ ਕਿਸੇ ਪ੍ਰਕਾਰ ਦਾ ਸਵਾਲ ਬੌੜਿਆ। ਸਵਾਸ ਸਵਾਸ ਮੈਂ ਨਾਮ ਆਧਾਰਾ, ਕਹਿਣ ਲੱਗੇ ਸਾਡੇ ਸਵਾਸ ਸਵਾਸ ਵਿੱਚ ਅਸੀਂ ਪ੍ਰਮਾਤਮਾ ਦੇ ਪਵਿੱਤਰ ਅੰਮ੍ਰਿਤ ਨਾਮ ਦਾ ਆਧਾਰ ਧਾਰਨ ਕੀਤਾ ਹੈ। ਸਾਡੇ ਹਰ ਇੱਕ ਸਾਹ ਵਿੱਚ ਪਰਮੇਸ਼ਰ ਦਾ ਅੰਮ੍ਰਿਤ ਨਾਮ ਆਧਾਰ ਬਣਾ ਕੇ ਅਸੀਂ ਧਾਰਨ ਕੀਤਾ ਹੈ। ਰਾਖਤ ਹੈ ਸਤਿਗੁਰੂ ਉਚਾਰਾ, ਸਾਡੇ ਸਤਿਗੁਰੂ ਜੀ ਨੇ ਉਚਾਰਨ ਕਰਕੇ ਸਾਨੂੰ ਇਹ ਗਿਆਨ ਦਿੱਤਾ ਹੈ। ਸੁਨਤ ਵਿਪਰ ਤੂਸ਼ਨ ਹੋਏ ਰਹੇ, ਇਹ ਸੁਣ ਕੇ ਬ੍ਰਾਹਮਣ ਚੁੱਪ ਕਰ ਗਏ। ਰਹੇ ਵਿਚਾਰ ਨਾ ਉੱਤਰ ਲਏ, ਵਿਚਾਰ ਕਰਦੇ ਰਹੇ, ਬ੍ਰਾਹਮਣਾਂ ਨੂੰ ਕੋਈ ਜਵਾਬ ਨਹੀਂ ਆਇਆ। ਹੁਤੋ ਪਾਠਿਕਾ ਨਾਮ ਤਿਲੋਕਾ, ਖਾਲਸਾ ਜੀ ਇੱਕ ਹੋਰ ਸਿੱਖ ਸੀ, ਇਹਦਾ ਨਾਂ ਸੀ ਭਾਈ ਤਿਲੋਕਾ। ਇਹ ਪਾਠ ਕਰਨ ਵਾਲਾ ਪਾਠੀ ਸੀ, ਪਾਠਿਕਾ ਸ਼ਬਦ ਆਇਆ। ਇਹ ਪਾਠੀ ਸੀ, ਇਹ ਮਹਾਰਾਜ ਜੀ ਦਾ ਪਾਠ ਕਰਦਾ ਸੀ। ਇਹਦਾ ਨਾਂ ਸੀ ਭਾਈ ਤਿਲੋਕਾ। ਤੋਤਾ ਮਹਿਤਾ ਜਿਸ ਮਨ ਰੋਕਾ, ਦੂਜਾ ਸੀ ਭਾਈ ਤੋਤਾ ਮਹਿਤਾ, ਜਿਨ੍ਹਾਂ ਨੇ ਆਪਣਾ ਮਨ ਕਾਬੂ ਕੀਤਾ ਹੋਇਆ, ਇਹਨਾਂ ਨੇ ਆਪਣਾ ਮਨ ਰੋਕਿਆ ਹੋਇਆ ਹੈ। ਦਰਸ਼ਨ ਸ਼੍ਰੀ ਅਰਜਨ ਕੇ ਆਏ, ਇਹ ਦੋਵੇਂ ਚੱਲ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਹਨ। ਪਦ ਸਮ ਪਦ ਮਨ ਸੀਸ ਨਿਵਾਏ, ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਦੇ ਉੱਤੇ ਇਹਨਾਂ ਨੇ ਬੜੇ ਅਦਬ ਨਾਲ ਸੀਸ ਝੁਕਾ ਕੇ ਮੱਥਾ ਟੇਕਿਆ। ਹਾਥ ਜੋੜ ਮੁਖ ਬਾਕ ਉਚਾਰਾ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੋਲੇ, ਕਹਿਣ ਲੱਗੇ ਸ਼੍ਰੀ ਸਤਿਗੁਰ
ਉਪਦੇਸ਼ ਤੁਮਾਰਾ। ਕਹਿਣ ਲੱਗੇ ਮਹਾਰਾਜ ਜੀ ਆਪ ਜੀ ਦਾ ਉਪਦੇਸ਼ ਹੈ, ਆਪ ਜੀ ਆਪਣੇ ਸਿੱਖਾਂ ਨੂੰ ਇਹ ਉਪਦੇਸ਼ ਕਰਦੇ ਹੋ। RAM ਨਾਮ ਸਿਮਰੋ ਲਿਵ ਲਾਈ। ਤੁਸੀਂ ਇਹ ਕਹਿੰਦੇ ਹੋ ਕਿ ਆਪਣੀ ਲਿਵ ਲਾ ਕੇ RAM ਦਾ ਨਾਮ ਸਿਮਰੋ, ਪਰਮੇਸ਼ਰ ਦਾ ਨਾਮ ਜਪੋ। ਇਸ ਤੇ ਨਹੀਂ ਨਰਕ ਮੈਂ ਜਾਈ। ਪਰਮੇਸ਼ਰ ਦਾ ਨਾਮ ਜਪ ਕੇ ਤੁਸੀਂ ਨਰਕਾਂ ਵਿੱਚ ਨਹੀਂ ਜਾਓਗੇ। ਇਹ ਉਪਦੇਸ਼ ਤੁਸੀਂ ਸਭ ਨੂੰ ਕਰਦੇ ਹੋ ਕਿ ਪ੍ਰਮਾਤਮਾ ਦਾ ਨਾਮ ਜਪੋ ਔਰ ਪਰਮੇਸ਼ਰ ਦਾ ਨਾਮ ਜਪ ਕੇ ਤੁਸੀਂ ਨਰਕਾਂ ਨੂੰ ਨਹੀਂ ਜਾਵੋਗੇ। ਇਮ ਸੁਨ ਵਿਪਰ ਤਰਕ ਨਾ ਕਰੇ। ਮਹਾਰਾਜ ਜੀ ਤੁਹਾਡਾ ਇਹ ਬਚਨ ਸੁਣ ਕੇ ਜਿਹੜੇ ਬ੍ਰਾਹਮਣ ਨੇ ਕਰਮਕਾਂਡੀ ਉਹ ਸਾਡੇ ਤੇ ਤਰਕ ਕਰਦੇ ਨੇ, ਉਹ ਸਾਡੇ ਤੇ ਤਰਕ ਕਰਦੇ ਨੇ, ਸਾਡੇ ਤੇ ਸ਼ੰਕਾ ਜ਼ਾਹਰ ਕਰਦੇ ਹਨ। ਜੇ ਸਿਮਰਨ ਤੇ ਨਰਕ ਨਾ ਪਰੇ। ਉਹ ਕਹਿੰਦੇ ਨੇ ਕਿ ਜੇ ਨਾਮ ਦਾ ਸਿਮਰਨ ਕੀਤਿਆਂ, ਪ੍ਰਮਾਤਮਾ ਦੇ ਨਾਮ ਦਾ ਜਾਪ ਕੀਤਿਆਂ ਬੰਦਾ ਨਰਕਾਂ ਵਿੱਚ ਨਹੀਂ ਜਾਂਦਾ। ਸਭ ਜਗ RAM ਨਾਮ ਕੋ ਲੇਤ। ਸੰਸਾਰ ਵਿੱਚ ਤਾਂ ਲੱਖਾਂ ਲੋਕ ਨੇ ਜਿਹੜੇ RAM RAM ਜਪਦੇ ਨੇ, ਲੱਖਾਂ ਲੋਕ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ। ਕਿਉ ਪੁਨ ਨਰਕ ਪਾਏ ਕਰ ਦੇਤ। ਫਿਰ ਉਹ ਲੱਖਾਂ ਲੋਕ ਜਿਹੜੇ ਨਾਮ ਜਪ ਰਹੇ ਨੇ ਉਹ ਨਰਕਾਂ 'ਚ ਕਿਉਂ ਜਾਂਦੇ ਨੇ? ਨਾਲੇ ਤੁਸੀਂ ਕਹਿੰਦੇ ਹੋ ਨਰਕਾਂ 'ਚ ਜਾਂਦਾ ਨਹੀਂ ਨਾਮ ਜਪ ਕੇ, ਪਰ ਲੱਖਾਂ ਕਰੋੜਾਂ ਲੋਕ ਜਪਦੇ ਨੇ ਸੰਸਾਰ ਵਿੱਚ, ਤਾਂ ਬੜੇ ਜਪ ਰਹੇ ਨੇ, ਬੜਿਆਂ ਨੇ ਹੱਥਾਂ ਵਿੱਚ ਮਾਲਾ ਫੜੀ ਹੋਈ ਹੈ, ਫਿਰ ਉਹ ਨਰਕਾਂ ਨੂੰ ਕਿਉਂ ਜਾਂਦੇ ਹਨ? ਜੇ ਇਹ ਸੱਚ ਹੋਏ ਜਿਮ ਕਹੇ। ਜੇ ਇਹ ਗੱਲ ਸੱਚੋ ਕਹਿੰਦੇ ਹਨ ਕਿਉ ਪ੍ਰਭ ਨਰਕ ਬਣਾਵਨ ਚਾਹੇ। ਤੇ ਫਿਰ ਪ੍ਰਮਾਤਮਾ ਨੂੰ ਨਰਕ ਬਣਾਉਣ ਦੀ ਲੋੜ ਹੀ ਨਹੀਂ ਸੀ ਪੈਣੀ। ਜੇ ਸਾਰੇ ਨਾਮ ਜਪ ਰਹੇ ਨੇ ਫਿਰ ਤਾਂ ਨਰਕ ਬਣਾਉਣ ਦੀ ਪ੍ਰਮਾਤਮਾ ਨੂੰ ਜ਼ਰੂਰਤ ਹੀ ਨਹੀਂ ਸੀ ਪੈਣੀ। ਸਗਰੇ ਮੁਕਤ ਪਾਏ ਜਪ RAM। ਸਾਰੇ ਹੀ ਮੁਕਤੀ ਪ੍ਰਾਪਤ ਕਰ ਲੈਂਦੇ RAM ਨਾਮ ਨੂੰ ਜਪ ਕੇ। ਨਿਸ਼ਫਲ ਕਰੇ ਸੁਰਗ ਕੇ ਧਾਮ। ਔਰ ਜਿਹੜੇ ਸਵਰਗ ਦੇ ਧਾਮ ਨੇ ਉਹ ਵੀ ਨਿਸ਼ਫਲ ਕਰ ਦਿੱਤੇ ਜਾਂਦੇ। ਨਰਕ ਸੁਰਗ ਦੋਨੋਂ ਨਹੀਂ ਚਾਹੀਏ। ਫਿਰ ਤਾਂ ਨਾ ਨਰਕ ਚਾਹੀਦਾ ਤੇ ਨਾ ਹੀ ਸਵਰਗ ਚਾਹੀਦਾ ਹੈ। ਜੇ ਸਿਮਰਨ ਤੇ ਮੁਕਤੀ ਲਈਐ। ਜੇ ਸਿਮਰਨ ਨਾਲ ਮੁਕਤੀ ਲੈ ਲਈਦੀ ਹੈ ਤੇ ਫਿਰ ਨਾ ਨਰਕ ਚਾਹੀਦਾ ਨਾ ਹੀ ਸਵਰਗ ਚਾਹੀਦਾ। ਇਦਾਂ ਇਹਨਾਂ ਦੇ ਕਹਿਣ ਦਾ ਮਤਲਬ ਸੀ ਵੀ ਨਾਮ ਤਾਂ ਕਰੋੜਾਂ ਬੰਦੇ ਜਪ ਰਹੇ ਨੇ, ਫਿਰ ਉਹ ਨਰਕਾਂ 'ਚ ਕਿਉਂ ਜਾਂਦੇ ਨੇ? ਤੁਸੀਂ ਕਹਿੰਦੇ ਹੋ ਨਾਮ ਜਪ ਕੇ ਨਰਕਾਂ 'ਚ ਨਹੀਂ ਜਾਂਦਾ ਬੰਦਾ, ਫਿਰ ਲੱਖਾਂ ਲੋਕ ਜਾ ਵੀ ਰਹੇ ਨੇ ਨਰਕਾਂ ਨੂੰ। ਤੇ ਜੇ ਨਾਮ ਜਪ ਕੇ ਹੀ ਮੁਕਤੀ ਮਿਲ ਜਾਂਦੀ ਫਿਰ ਨਰਕ ਵੀ ਨਹੀਂ ਬਣਾਉਣੇ ਚਾਹੀਦੇ ਸੀ ਰੱਬ ਨੂੰ, ਨਾ ਹੀ ਸਵਰਗ ਬਣਾਉਣੇ ਚਾਹੀਦੇ ਸਨ। ਸੁਨ ਸ਼੍ਰੀ ਮੁਖ ਤੇ ਬਾਕ ਉਚਾਰੇ। ਮਹਾਰਾਜ ਇਹ ਬ੍ਰਾਹਮਣ ਸਾਡੇ ਤੇ ਇਸ ਤਰ੍ਹਾਂ ਤਰਕ ਕਰਦੇ ਨੇ। ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਨਿਸ਼ਚੈ RAM ਜਪਤ ਹੈ ਸਾਰੇ। ਮਹਾਰਾਜ ਜੀ ਕਹਿੰਦੇ ਇਹ ਗੱਲ ਨਿਸ਼ਚੈ ਹੀ ਹੈ ਵੀ RAM RAM ਤਾਂ ਸਾਰੇ ਜੱਗ ਦੇ ਲੋਕ ਕਹਿ ਰਹੇ ਨੇ, ਪ੍ਰਮਾਤਮਾ ਦਾ ਨਾਮ ਤਾਂ ਸਾਰੇ ਹੀ ਜਪ ਰਹੇ ਨੇ। ਕੋਈ ਅੱਲਾ ਅੱਲਾ ਕਹਿ ਰਿਹਾ ਹੈ, ਕੋਈ ਖੁਦਾ ਕਹਿ ਰਿਹਾ ਹੈ, ਕੋਈ RAM ਕਹਿ ਰਿਹਾ ਹੈ, ਕੋਈ ਕੁਝ ਕਹਿ ਰਿਹਾ ਹੈ। ਜਪ ਤਾਂ ਬੜੇ ਰਹੇ ਨੇ, RAM RAM ਤਾਂ ਬੜੇ ਲੋਕ ਕਹਿ ਰਹੇ ਹਨ। ਨੈ ਪ੍ਰਤੀਤ ਅਰ ਮਨ ਨਾ ਇਕਾਗਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਪਣ ਵਾਲੇ ਭਾਵੇਂ ਕਰੋੜਾਂ ਨੇ, ਮਿਲਦੇ ਨੇ ਤਾਂ ਵੀ ਕਹਿੰਦੇ ਆਪਸ ਵਿੱਚ ਰਾਮ ਰਾਮ, ਉਹ ਵੀ ਅੱਗੋਂ ਕਹਿੰਦਾ ਰਾਮ ਰਾਮ। ਬੜੇ ਨੇ ਇਦਾਂ ਤਾਂ ਕਹਿਣ ਵਾਲੇ ਰਾਮ ਰਾਮ, ਪਰ ਜਦੋਂ ਉਹ ਰਾਮ ਦਾ ਨਾਮ ਲੈਂਦੇ ਨੇ ਉਦੋਂ ਉਹਨਾਂ ਦੇ ਮਨ ਵਿੱਚ ਨਾਮ ਜਪਣ ਤੇ ਪ੍ਰਤੀਤ ਤੇ ਭਰੋਸਾ ਨਹੀਂ ਹੁੰਦਾ। ਰਾਮ ਨਾਮ ਜਪਦਿਆਂ, ਪਰਮੇਸ਼ਰ ਦਾ ਨਾਮ ਜਪਦਿਆਂ ਨਾਮ ਤੇ ਭਰੋਸਾ ਨਹੀਂ ਹੁੰਦਾ। ਜਪਦੇ ਬੜੀ ਦੁਨੀਆ, ਪਰ ਭਰੋਸਾ ਰੱਖ ਕੇ ਜਪਣਾ ਉਹ ਵਿਰਲੇ ਨੇ, ਸੰਸਾਰ ਚੋਂ ਉਂਗਲਾਂ ਤੇ ਗਿਣੇ ਜਾ ਸਕਦੇ ਨੇ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਪ੍ਰਤੀਤ ਤੋਂ ਬਿਨਾ, ਭਰੋਸੇ ਤੋਂ ਬਿਨਾ ਸਾਰਾ ਜਗ ਰਾਮ ਰਾਮ ਕਰਦਾ ਫਿਰਦਾ, ਪਰ ਉਹਨਾਂ ਨੂੰ ਰਾਮ ਪ੍ਰਾਪਤ ਨਹੀਂ ਹੁੰਦਾ। ਉਹਨਾਂ ਨੂੰ ਰਾਮ, ਕਿਉਂਕਿ ਉਹਨਾਂ ਮਨ 'ਚ ਭਰੋਸਾ ਨਹੀਂ ਹੈ।
ਮਨ ਚ ਪ੍ਰਤੀਤ ਨਹੀਂ ਹੈ ਉਹਨਾਂ ਦੇ। ਉਹ ਬੇਪ੍ਰਤੀਤਗੀ ਨਾਲ, ਬੇਭਰੋਸਗੀ ਦੇ ਨਾਲ ਰਾਮ ਰਾਮ ਕਹਿੰਦੇ ਹਨ। ਕਿਮ ਕਲਿਆਣੇ ਪਾਏ ਉਜਾਗਰ। ਫਿਰ ਏਦਾਂ ਦੇ ਲੋਕਾਂ ਦੀ ਕਲਿਆਣ ਕਿਵੇਂ ਹੋਵੇ, ਕਿਵੇਂ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋਵੇ? ਕਹੋ ਦਿਜਨ ਸੰਗ ਇਹੋ ਬਿਰਤਾਂਤ। ਮਹਾਰਾਜ ਜੀ ਕਹਿੰਦੇ ਜੇ ਹੁਣ ਤੁਹਾਡੇ ਤੇ ਕੋਈ ਬ੍ਰਾਹਮਣ ਇਸ ਤਰ੍ਹਾਂ ਦਾ ਕਟਾਕਸ਼ ਕਰੇ ਨਾ, ਉਹਨੂੰ ਇਸ ਤਰ੍ਹਾਂ ਜਵਾਬ ਦਿਓ, ਰਾਖਸ਼ ਗਇਓ ਮਰਦਾਨਾ ਜਾਤ। ਉਹਨਾਂ ਨੂੰ ਕਹੋ ਬ੍ਰਾਹਮਣਾਂ ਨੂੰ ਕਿ ਕੌਡੇ ਰਾਖਸ਼ ਨੇ ਭਾਈ ਮਰਦਾਨੇ ਨੂੰ ਜਾਂਦੇ ਹੋਏ ਨੂੰ ਪਕੜ ਲਿਆ ਜੱਬਲਪੁਰ ਦੀ ਧਰਤੀ ਤੇ। ਜੱਬਲਪੁਰ ਬੜਾ ਵੱਡਾ ਸ਼ਹਿਰ ਹੈ, ਉੱਥੇ ਮਹਾਰਾਜ ਜੀ ਦਾ ਸਥਾਨ ਹੈ, ਗੁਰਦੁਆਰਾ ਮੜਾ ਤਾਲ, ਜਿੱਥੇ ਕੌਡੇ ਨੇ ਭਾਈ ਮਰਦਾਨੇ ਨੂੰ ਪਕੜਿਆ ਸੀ। ਮਹਾਰਾਜ ਜੀ ਕਹਿੰਦੇ ਉਹਨਾਂ ਬ੍ਰਾਹਮਣਾਂ ਨੂੰ ਕਹਿਓ ਕਿ ਭਾਈ ਮਰਦਾਨੇ ਨੂੰ ਜਾਂਦਿਆਂ ਜਾਂਦਿਆਂ ਇੱਕ ਕੌਡੇ ਨਾਮ ਦੇ ਰਾਖਸ਼ ਨੇ ਪਕੜ ਲਿਆ। ਕਰਿਓ ਤੇਲ ਕੋ ਤਪਤ ਕਰਾਹਾ। ਭਾਈ ਮਰਦਾਨੇ ਨੂੰ ਤਲਣ ਵਾਸਤੇ ਉਹਨੇ ਤੇਲ ਦਾ ਇੱਕ ਵੱਡਾ ਸਾਰਾ ਕੜਾਇਆ ਤਪਾ ਲਿਆ। ਤਿਸ ਮੈਂ ਕੋਡੇ ਪਾਵਨ ਚਾਹਾ। ਔਰ ਉਸ ਤਪਦੇ ਹੋਏ ਤੇਲ ਦੇ ਕੜਾਏ ਵਿੱਚ ਭਾਈ ਮਰਦਾਨੇ ਨੂੰ ਪਾ ਕੇ ਤਲਣਾ ਚਾਹੁੰਦਾ ਕੌਡਾ। ਸ਼੍ਰੀ ਨਾਨਕ ਉਪਦੇਸ਼ਿਓ ਨਾਮ। ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਸੀ ਮਰਦਾਨੇ ਨੂੰ ਕਿ ਮਰਦਾਨਿਆ, ਵਾਹਿਗੁਰੂ ਗੁਰਮੰਤਰ ਹੈ, ਜਪ ਹਉ ਮੈਂ ਖੋਈ। ਇਹ ਰਾਮ ਦਾ ਪਵਿੱਤਰ ਅੰਮ੍ਰਿਤ ਨਾਮ ਹੈ ਵਾਹਿਗੁਰੂ, ਇਸ ਪਵਿੱਤਰ ਨਾਮ ਨੂੰ ਤੂੰ ਜਪਣਾ ਹੈ। ਸਿਮਰਿਓ ਮਰਦਾਨੇ ਸੁਖ ਧਾਮ। ਜਦੋਂ ਭਾਈ ਮਰਦਾਨੇ ਨੇ ਵਾਹਿਗੁਰੂ ਕਿਹਾ, ਵਾਹਿਗੁਰੂ ਦਾ ਅੰਮ੍ਰਿਤ ਨਾਮ ਜਪਿਆ, ਤਤ ਚਿਨ ਸੀਤਲ ਭਇਓ ਕਰਾਹਾ। ਉਹ ਬਲਦਾ ਹੋਇਆ, ਤਪਦਾ ਹੋਇਆ ਤੇਲ ਦਾ ਕੜਾਇਆ ਇੱਕਦਮ ਠੰਡਾ ਠਾਰ ਤੇ ਸ਼ੀਤਲ ਹੋ ਗਿਆ। ਇਹ ਨਾਮ ਦਾ ਪ੍ਰਤਾਪ ਸੀ। ਤਪਤ ਕੜਾਹਾ ਬੁਝ ਗਿਆ, ਗੁਰ ਸ਼ੀਤਲ ਨਾਮ ਦੀ। ਐਸਾ ਪਵਿੱਤਰ ਅੰਮ੍ਰਿਤ ਨਾਮ ਜਦੋਂ ਜਪਿਆ ਤੇ ਉਹ ਤਪਦਾ ਹੋਇਆ ਤੇਲ ਦਾ ਕੜਾਹਾ ਬੁਝ ਗਿਆ। ਨਾਮ ਪ੍ਰਤਾਪ ਬਿਦਤ ਜਗ ਮਾਹਾ। ਇਹ ਨਾਮ ਦਾ ਪ੍ਰਤਾਪ ਸੀ। ਭਾਈ ਮਰਦਾਨੇ ਨੇ ਨਾਮ ਜਪਿਆ, ਨਾਮ ਤੇ ਭਰੋਸਾ ਰੱਖ ਕੇ। ਅੱਜ ਵੀ ਕੋਈ ਜਪੇ ਤੇ ਕੀ ਕੋਈ ਭਰੋਸਾ ਰੱਖ ਕੇ ਜਪੇ? ਅੱਜ ਤਪਦਾ ਹੋਇਆ ਤੇਲ ਦਾ ਕੜਾਇਆ ਕੋਈ ਸ਼ਾਂਤ ਕਰ ਸਕਦਾ? ਕਿੰਨਾ ਕੁ ਭਰੋਸਾ ਹੋਵੇਗਾ ਨਾਮ ਜਪਣ ਵਾਲੇ ਦੇ ਹਿਰਦੇ 'ਚ, ਮਰਦਾਨੇ ਦੇ ਹਿਰਦੇ 'ਚ, ਕਿ ਉਹ ਤੇਲ ਦਾ ਕੜਾਹਾ ਸ਼ਾਂਤ ਹੋ ਗਿਆ, ਠੰਡਾ ਠਾਰ ਹੋ ਗਿਆ। ਕਹੋ ਦਿਜਨ ਸੋ ਅਬ ਕੇ ਜਾਏ। ਹੁਣ ਉਹਨਾਂ ਬ੍ਰਾਹਮਣਾਂ ਨੂੰ ਜਾ ਕੇ ਤੁਸੀਂ ਕਹਿਣਾ ਕਿ ਮਰਦਾਨੇ ਨੇ ਜਪ ਕੇ ਨਾਮ ਤੇਲ ਦਾ ਕੜਾਇਆ ਸ਼ਾਂਤ ਕਰ ਦਿੱਤਾ, ਠੰਡਾ ਕਰ ਦਿੱਤਾ। ਜੇ ਤੁਮ ਸਿਮਰਿਓ ਰਾਮ ਬਨਾਏ। ਤੁਸੀਂ ਜਾ ਕੇ ਕਹਿਣਾ ਪੰਡਤੋ, ਰਾਮ ਦਾ ਨਾਮ ਤੁਸੀਂ ਵੀ ਜਪਦੇ ਹੋ, ਤੁਸੀਂ ਵੀ ਰਾਮ ਦਾ ਨਾਮ ਸਿਮਰਦੇ ਹੋ। ਕਰੋ ਤਪਾਵਨ ਤੇਲ ਕਰਾਹਾ। ਤੇ ਤੇਲ ਦਾ ਕੜਾਇਆ ਇੱਕ ਤਪਾਓ, ਚੰਗੀ ਤਰ੍ਹਾਂ ਉਹਨੂੰ ਗਰਮ ਕਰੋ। ਹਮ ਤੁਮ ਪਾਵੇਂ ਕਰ ਤਿਸ ਮਾਹਾ। ਅਸੀਂ ਫੜ ਕੇ ਤੁਹਾਨੂੰ ਉਸ ਤਪਦੇ ਹੋਏ ਤੇਲ ਦੇ ਕੜਾਏ ਵਿੱਚ ਪਾਵਾਂਗੇ। ਇਕ ਸਮ ਸਬਨ ਰਾਮ ਕੋ ਸਿਮਰਨ। ਜੇ ਸਾਰਿਆਂ ਦਾ ਸਿਮਰਨ ਕੀਤਾ ਹੋਇਆ ਰਾਮ ਦਾ ਇੱਕ ਸਮ ਇੱਕ ਬਰਾਬਰ ਹੈ, ਤੋ ਅਬ ਮਿਲ ਕੇ ਕੀਜੈ ਪਰਖਨ। ਤੇ ਆਪਾਂ ਹੁਣ ਉਹ ਮਿਲ ਕੇ ਪਰਖ ਲੈਨੇ ਆ। ਜੇ ਤੁਹਾਡੇ ਰਾਮ ਨਾਮ ਦੇ ਜਾਪ ਨਾਲ ਤੇਲ ਦਾ ਕੜਾਇਆ ਠੰਡਾ ਹੁੰਦਾ ਹੈ ਤੇ ਫਿਰ ਤਾਂ ਅਸੀਂ ਵੀ ਮੰਨ ਲਾਂਗੇ ਕਿ ਸਾਰਿਆਂ ਦਾ ਜਪਿਆ ਇੱਕ ਬਰਾਬਰ ਹੀ ਹੁੰਦਾ। ਜਿਵੇਂ ਤੁਸੀਂ ਸ਼ੰਕਾ ਕੀਤਾ ਵੀ ਸਾਰਿਆਂ ਦਾ ਜਪਿਆ ਇੱਕ ਬਰਾਬਰ ਹੈ, ਫਿਰ ਅਸੀਂ ਵੀ ਮੰਨ ਲਵਾਂਗੇ ਵੀ ਇੱਕੋ ਬਰਾਬਰ ਹੁੰਦਾ ਸਾਰਿਆਂ ਦਾ ਜਪਿਆ ਹੋਇਆ। ਜਗ ਤ੍ਰਿਸ਼ਨਾ ਮੈਂ ਤਪਤ ਕਰਾਏ। ਜੇ ਨਾ ਹੋਇਆ ਤੇਲ ਦਾ ਕੜਾਇਆ ਸ਼ਾਂਤ, ਤੇ ਫਿਰ ਸਮਝਾਂਗੇ ਸਾਰਿਆਂ ਦੇ ਜਪਣ ਵਿੱਚ ਫਰਕ ਹੈ। ਫਿਰ ਫਰਕ ਹੈ ਨਾ, ਫਿਰ ਸਮਝ ਆ ਜਾਏਗੀ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਹਿਣਾ ਕਿ ਇਹ ਜਗਤ ਵਿੱਚ ਤ੍ਰਿਸ਼ਨਾ ਦਾ ਕੜਾਇਆ ਤਪ ਰਿਹਾ ਹੈ। ਜਿਹੜੀ ਤ੍ਰਿਸ਼ਨਾ ਹੈ ਉਹਦਾ ਤਪਦਾ ਹੋਇਆ ਕੜਾਇਆ ਇਹ ਸੰਸਾਰ ਦੇ ਵਿੱਚ ਤਪ ਰਿਹਾ ਹੈ। ਦਇਤ ਨਿਤ ਨੈ ਨਿਤ ਸਨ ਪਾਏ। ਉਹਦੇ ਵਿੱਚ ਜੀਵ ਰੋਜ਼ ਸੜਦਾ ਹੈ, ਰੋਜ਼ ਸੜਦਾ ਹੈ, ਹਰ ਵੇਲੇ ਸੜਦਾ। ਉਹਦੇ ਵਿੱਚੋਂ ਇਹ ਨਿਕਲਦਾ ਨਹੀਂ, ਹਰ ਵੇਲੇ ਸੜਦਾ ਰਹਿੰਦਾ ਤ੍ਰਿਸ਼ਨਾ ਦੀ ਅੱਗ ਵਿੱਚ, ਤ੍ਰਿਸ਼ਨਾ ਦੇ ਤਪਦੇ ਹੋਏ ਕੜਾਏ ਵਿੱਚ। ਗੁਰਮੁਖ ਕੋ ਗੁਰ ਬਖਸ਼ੈ ਨਾਮ।
ਹਰ ਤ੍ਰਿਸ਼ਨਾ ਮਨ ਲੈ ਬਿਸਰਾਮ। ਗੁਰਮੁਖਾਂ ਨੂੰ ਗੁਰੂ ਸਾਹਿਬ ਜੀ ਨਾਮ ਬਖਸ਼ਦੇ ਨੇ ਔਰ ਉਸ ਨਾਮ ਨੂੰ ਜਪ ਕੇ ਗੁਰਮੁਖ ਉਸ ਤ੍ਰਿਸ਼ਨਾ ਦੇ ਤਪਦੇ ਹੋਏ ਕੜਾਏ ਵਿੱਚੋਂ ਸ਼ਾਂਤ ਹੋ ਜਾਂਦੇ ਨੇ। ਉਹਨਾਂ ਦੇ ਮਨ ਠੰਡੇ ਠਾਰ ਤੇ ਸ਼ੀਤਲ ਹੋ ਜਾਂਦੇ ਨੇ। ਤੇਲ ਦਾ ਕੜਾਇਆ ਅੱਜ ਵੀ ਸ਼ਾਂਤ ਹੁੰਦਾ ਹੈ ਔਰ ਉਹ ਤੇਲ ਦਾ ਕੜਾਇਆ ਹੈ ਤ੍ਰਿਸ਼ਨਾ ਦਾ। ਤ੍ਰਿਸ਼ਨਾ ਦੀ ਅੱਗ ਨਾਲ ਲਟੋ ਲਟ ਹੋਇਆ ਉਹ ਅੱਜ ਵੀ ਸ਼ਾਂਤ ਹੁੰਦਾ ਜਦੋਂ ਕੋਈ ਗੁਰਮੁਖ ਗੁਰੂ ਦੇ ਮੁਖ ਦੁਆਰਾ ਨਾਮ ਲੈ ਕੇ ਪ੍ਰਮਾਤਮਾ ਦੇ ਨਾਮ ਤੇ ਭਰੋਸਾ ਰੱਖ ਕੇ ਨਾਮ ਜਪਦਾ ਹੈ। ਸੁਨ ਕਰ ਸ਼੍ਰੀ ਗੁਰ ਤੇ ਸੋ ਗਏ। ਸਤਿਗੁਰੂ ਜੀ ਦੇ ਬਚਨ ਇਹਨਾਂ ਸਿੱਖਾਂ ਨੇ ਸੁਣੇ, ਸੁਣ ਕੇ ਗਏ ਹਨ। ਪੰਡਿਤ ਬ੍ਰਿੰਦ ਮਿਲਤ ਜਬ ਭਏ। ਹੁਣ ਜਦੋਂ ਸਾਰੇ ਬਾਹਮਣ ਪੰਡਤ ਇਕੱਠੇ ਹੋ ਕੇ ਮਿਲੇ ਸਕਲ ਪ੍ਰਸੰਗ ਸੁਨਾਇਓ ਜਬੇ। ਉਹਨਾਂ ਨੂੰ ਸਾਰਾ ਪ੍ਰਸੰਗ ਇਹਨਾਂ ਨੇ ਫਿਰ ਸੁਣਾਇਆ। ਸੰਕ ਮਾਨ ਤਿਜੋ ਹੋਏ ਕਰ ਤਬੇ। ਹੁਣ ਉਹ ਜਿੰਨੇ ਬ੍ਰਾਹਮਣ ਸਨ ਇੱਕਦਮ ਸ਼ੰਕਮਾਨ ਡਰ ਗਏ, ਭੈ ਭੀਤ ਹੋ ਗਏ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਤੇਲ ਦਾ ਕੜਾਇਆ ਤਪਾਉਨੇ ਆ। ਜੇ ਸਾਰਿਆਂ ਦਾ ਨਾਮ ਜਪਣਾ ਇੱਕ ਬਰਾਬਰ ਹੈ ਤੇ ਪਾ ਕੇ ਵੇਖਦੇ ਆ ਤੁਹਾਨੂੰ ਮਰਦਾਨਾ। ਤਾਂ ਉਹਨੇ ਜਪਿਆ ਤੇਲ ਦਾ ਕੜਾਇਆ ਠੰਡਾ ਹੋ ਗਿਆ ਸੀ ਤੇ ਵੇਖਦੇ ਆ ਵੀ ਤੁਹਾਨੂੰ ਵੀ ਪਾ ਕੇ ਠੰਡਾ ਹੁੰਦਾ ਵੀ ਜੇ ਤੁਹਾਡਾ ਜਪਿਆ ਵੀ ਮਰਦਾਨੇ ਵਾਂਗੂ ਹੀ ਸੀ। ਇੱਕਦਮ ਡਰ ਗਏ, ਕਹਿੰਦੇ ਨਹੀਂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ। ਪੂਰੇ ਪਏ ਹਾਥ ਨੇ ਕਾਲਾ। ਇਹ ਪੰਡਤ ਜਿੰਨੇ ਵੀ ਸਨ ਝੂਠੇ ਸਾਬਤ ਹੋ ਗਏ, ਇਹਨਾਂ ਦੇ ਹੱਥ ਕੁਝ ਵੀ ਨਹੀਂ ਆਇਆ। ਇਮ ਸਤਿਗੁਰੂ ਪ੍ਰਤਾਪ ਵਿਸਾਲਾ। ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਵੱਡਾ ਭਾਰੀ ਪ੍ਰਤਾਪ ਉਹ ਹਰ ਜਗ੍ਹਾ ਤੇ ਉਜਾਗਰ ਹੋ ਰਿਹਾ ਹੈ। ਤਰਕ ਕਰਨ ਤੇ ਕੀਨ ਸਮੌਨ। ਹੁਣ ਕਿਸੇ ਨੇ ਮਹਾਰਾਜ ਜੀ ਤੇ ਤਰਕ ਨਹੀਂ ਕੀਤੀ, ਸਾਰੇ ਤਰਕ ਕਰਨ ਤੋਂ ਮੌਨ ਹੋ ਗਏ। ਜਾਨੀ ਮਹਿਮਾ ਵੱਡ ਗੁਰ ਪੌਨ। ਜਾਣ ਗਏ ਸਤਿਗੁਰਾਂ ਦੀ ਮਹਿਮਾ ਕਿ ਗੁਰੂ ਘਰ ਦੀ ਮਹਿਮਾ ਵੱਡੀ ਹੈ। ਇੱਕ ਸਿੱਖ ਜੜੀਆ ਸਾਈਂ ਦਾਸ। ਇੱਕ ਸਿੱਖ ਹੈ, ਇਹਦਾ ਨਾਂ ਹੈ ਭਾਈ ਜੜੀਆ ਸਾਈਂ ਦਾਸ। ਕਰ ਗੁਰ ਨਮੋ ਬੈਠ ਕਰ ਪਾਸ। ਮਹਾਰਾਜ ਜੀ ਦੇ ਚਰਨਾਂ 'ਚ ਨਮੋ ਕਰਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਿਆ। ਹੱਥ ਜੋੜ ਅਰਦਾਸ ਬਖਾਨੀ। ਹੱਥ ਜੋੜ ਕੇ ਗੁਰੂ ਚਰਨਾਂ ਵਿੱਚ ਇਸ ਸਿੱਖ ਨੇ ਅਰਦਾਸ ਕੀਤੀ, ਬੇਨਤੀ ਕੀਤੀ। ਮੈਂ ਬਹੁ ਸਿੱਖਨ ਸੇਵਾ ਠਾਨੀ। ਬੇਨਤੀ ਕੀਤੀ ਸਿੱਖ ਨੇ, ਮਹਾਰਾਜ ਸੱਚੇ ਪਾਤਸ਼ਾਹ ਮੈਂ ਗੁਰੂ ਘਰ ਦੀ ਭਾਰੀ ਸੇਵਾ ਕੀਤੀ ਕਮਾਈ ਹੈ। ਧਾਰਨ ਕਰਿਓ ਹਿਰਦੇ ਉਪਦੇਸ਼। ਆਪ ਜੀ ਦਾ ਪਵਿੱਤਰ ਪਾਵਨ ਉਪਦੇਸ਼ ਮੈਂ ਆਪਣੇ ਹਿਰਦੇ 'ਚ ਧਾਰਨ ਕੀਤਾ ਹੈ। ਸੇਵੋ ਤੁਮਰੇ ਚਰਨ ਹਮੇਸ਼। ਔਰ ਮੈਂ ਹਮੇਸ਼ਾ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਨੂੰ ਸੇਵਦਾ ਹਾਂ, ਆਰਾਧਦਾ ਹਾਂ। ਤਉ ਸ਼ਬਦ ਸੁਨ ਬੇਕੇ ਕਾਲ। ਪਰ ਮਹਾਰਾਜ ਜੀ ਪਤਾ ਨਹੀਂ ਜਦੋਂ ਵੀ ਮੈਂ ਗੁਰਬਾਣੀ ਸੁਣਨ ਲੱਗਦਾ ਹਾਂ, ਗੁਰ ਸ਼ਬਦ ਸੁਣਨ ਲੱਗਦਾ ਹਾਂ, ਨੇ ਮਨ ਠਹਿਰਤ ਚਪਲ ਵਿਸਾਲ। ਉਸ ਵਕਤ ਮੇਰਾ ਮਨ ਰੁਕਦਾ ਨਹੀਂ, ਠਹਿਰਦਾ ਨਹੀਂ। ਮੇਰਾ ਇਹ ਮਨ ਚੰਚਲ ਹੋ ਕੇ ਬਾਹਰ ਨੂੰ ਦੌੜਦਾ ਹੈ। ਆਪ ਕਹਿਓ ਮਨ ਕਰੋ ਇਕਾਗਰ। ਔਰ ਆਪ ਜੀ ਨੇ ਕਿਹਾ ਕਿ ਗੁਰਬਾਣੀ ਸੁਣਨ ਵੇਲੇ ਆਪਣਾ ਮਨ ਇਕਾਗਰ ਕਰਨਾ ਹੈ। ਪਰ ਮਹਾਰਾਜ ਕੀ ਕਰਾਂ, ਜਦੋਂ ਵੀ ਗੁਰਬਾਣੀ ਸੁਣਨ ਬੈਠਦੇ ਆ ਮਨ ਬਾਹਰ ਭੱਜ ਜਾਂਦਾ। ਤੁਸੀਂ ਕਹਿੰਦੇ ਹੋ ਮਨ ਇਕਾਗਰ ਕਰੋ। ਪਠੋ ਸੁਨੋ ਗੁਰ ਸ਼ਬਦ ਉਜਾਗਰ। ਔਰ ਇਕਾਗਰ ਹੋ ਕੇ ਤੁਸੀਂ ਗੁਰਬਾਣੀ ਦਾ ਸ਼ਬਦ ਪੜਿਆ ਕਰੋ, ਸੁਣਿਆ ਕਰੋ, ਇਹ ਤੁਸੀਂ ਕਹਿੰਦੇ ਹੋ। ਸੁਨ ਸ਼੍ਰੀ ਮੁਖ ਤੇ ਯਤਨ ਬਤਾਇਓ। ਮਹਾਰਾਜ ਜੀ ਕੀ ਕਰੀਏ, ਮਨ ਰੁਕਦਾ ਨਹੀਂ, ਇਕਾਗਰ ਨਹੀਂ ਹੁੰਦਾ। ਇਹ ਸਮੱਸਿਆ ਸਾਡੀ ਵੀ ਹੋਵੇਗੀ, ਸਾਰਿਆਂ ਦੀ। ਸਾਡੇ ਵਿੱਚੋਂ ਬਹੁਤਿਆਂ ਦੀ ਅਵਸਥਾ ਇਹੋ ਜਿਹੀ ਵੀ ਹੋਵੇਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਰਸਤਾ ਦੱਸਿਆ, ਉਪਾਅ ਦੱਸਿਆ। ਮਨ ਗਤ ਕੋ ਅਬ ਤੋ ਲਖ ਪਾਇਓ। ਮਹਾਰਾਜ ਜੀ ਕਹਿੰਦੇ ਭਾਈ ਜੜੀਆ ਸਾਈਂ ਦਾਸ ਜੀ ਤੁਸੀਂ ਆਪਣੇ ਮਨ ਦੀ ਹਾਲਤ ਨੂੰ ਸਮਝਣ ਲੱਗ ਪਏ ਹੋ ਕਿ ਮਨ ਦੌੜਦਾ ਹੈ। ਤੁਸੀਂ ਆਪਣੇ ਮਨ ਦੀ ਗਤੀ ਨੂੰ ਸਮਝਣ ਲੱਗ ਪਏ ਹੋ। ਟਿਕੇ ਕਿ ਨਹੀਂ ਜਾਨ ਸਭ ਲੀਨੋ। ਤੁਹਾਨੂੰ ਇਹ ਜਾਣਕਾਰੀ ਹਾਸਲ ਹੋ ਚੁੱਕੀ ਹੈ
ਕਿ ਇਹ ਮਨ ਇਸ ਵੇਲੇ ਟਿਕਿਆ ਹੋਇਆ ਤੇ ਇਸ ਵੇਲੇ ਨਹੀਂ ਟਿਕਿਆ ਹੋਇਆ। ਤੁਹਾਨੂੰ ਹੀ ਪਤਾ ਲੱਗਣ ਲੱਗ ਪਿਆ। ਜਦੋਂ ਟਿਕ ਜਾਂਦਾ ਉਦੋਂ ਵੀ ਤੁਹਾਨੂੰ ਪਤਾ ਹੁੰਦਾ, ਜਦੋਂ ਨਹੀਂ ਟਿਕਦਾ ਉਦੋਂ ਵੀ ਤੁਹਾਨੂੰ ਪਤਾ ਹੁੰਦਾ ਹੈ। ਇਸ ਬਿਦ ਕੋ ਪੂਰਬ ਨੇ ਚੀਨੋ। ਜਦੋਂ ਤੁਸੀਂ ਗੁਰਬਾਣੀ ਨਹੀਂ ਸੀ ਸੁਣਦੇ, ਨਹੀਂ ਸੀ ਪੜ੍ਹਦੇ, ਗੁਰੂ ਘਰ ਦੀ ਸੇਵਾ ਨਹੀਂ ਸੀ ਕਰਦੇ, ਉਦੋਂ ਤੁਹਾਨੂੰ ਇਹ ਪਤਾ ਨਹੀਂ ਹੋਣਾ। ਮਨ ਉਦੋਂ ਵੀ ਇਸੇ ਤਰ੍ਹਾਂ ਸੀ, ਪਰ ਉਦੋਂ ਤੁਹਾਨੂੰ ਇਹਦਾ ਗਿਆਨ ਨਹੀਂ ਸੀ ਪਤਾ। ਜਬ ਮਨ ਜਾਏ ਕਿਤੇ ਲਖ ਪਾਵੋ। ਉਦੋਂ ਵੀ ਤੁਹਾਡਾ ਮਨ ਦੌੜਦਾ ਸੀ ਜੇ ਕਿਤੇ ਦੂਰ ਜਾਂਦਾ ਸੀ। ਤਬ ਤਿਸ ਮਿਥਿਆ ਵਸਤ ਦਿਖਾਵੋ। ਉਦੋਂ ਨਹੀਂ ਸੀ ਪਤਾ ਹੁੰਦਾ। ਮਹਾਰਾਜ ਜੀ ਕਹਿੰਦੇ ਸੁਣੋ ਭਾਈ ਜੜੀਆ, ਭਾਈ ਸਾਈਂ ਦਾਸ ਜੀ, ਹੁਣ ਜਦੋਂ ਸ਼ਬਦ ਸੁਣਦਿਆਂ ਤੁਹਾਡਾ ਮਨ ਕਿਤੇ ਬਾਹਰ ਜਾਵੇ, ਦੂਰ, ਜਿਹੜੀ ਚੀਜ਼ ਵੱਲ ਜਾਵੇ, ਕਿਸੇ ਵੀ ਵਸਤੂ ਦਾ ਫੁਰਨਾ ਕਰਕੇ ਉਧਰ ਜਾਵੇ, ਉਹਨੂੰ ਮਿਥਿਆ ਸਮਝਣਾ ਕਿ ਇਹ ਵਸਤੂ ਝੂਠੀ ਹੈ। ਇਹ ਅਭਿਆਸ ਦਾ ਵਿਸ਼ਾ ਹੈ, ਸਾਧਨਾ ਦਾ। ਕਿ ਕੀਰਤਨ ਸੁਣਦਿਆਂ, ਕਥਾ ਸੁਣਦਿਆਂ ਅਗਰ ਤੁਹਾਡਾ ਮਨ ਦੌੜਦਾ, ਜਿਸ ਚੀਜ਼ ਵੱਲ ਦੌੜਿਆ ਉਹਨੂੰ ਝੂਠੀ ਸਮਝਣਾ ਵੀ ਇਹ ਚੀਜ਼ ਝੂਠੀ ਹੈ। ਮਨ ਆਖਰਕਾਰ ਕਿਸੇ ਚੀਜ਼ ਵੱਲ ਹੀ ਦੌੜਦਾ ਨਾ, ਕਿਸੇ ਵਸਤੂ ਦਾ ਹੀ ਸੋਚ ਖਿਆਲ ਕਰਦਾ, ਇਹ ਸਮਝਣਾ ਕਿ ਇਹ ਮਿਥਿਆ ਹੈ। ਬਹੁਰ ਮੋਰ ਕਰ ਸ਼ਬਦ ਮਿਲਾਵੋ। ਉਹਨੂੰ ਝੂਠਾ ਸਮਝ ਕੇ ਮਨ ਨੂੰ ਉੱਥੋਂ ਮੋੜ ਕੇ ਲਿਆ ਕੇ ਫਿਰ ਦੁਬਾਰਾ ਸ਼ਬਦ ਵਿੱਚ ਜੋੜਨਾ, ਮੋੜ ਕੇ ਫਿਰ ਗੁਰਬਾਣੀ ਵਿੱਚ ਜੋੜਨਾ। ਜੇ ਚੱਲ ਜਾਵੇ ਫੇਰ ਹਟਾਵੋ। ਮਨ ਦਾ ਸੁਭਾਅ ਹੈ ਇਹਨੇ ਫਿਰ ਜਾਣਾ। ਇੱਕ ਵਾਰੀ ਮੋੜ ਲਿਆਂਦਾ ਦੁਬਾਰਾ ਫਿਰ ਜਾਏਗਾ। ਕਹਿੰਦੇ ਜਦੋਂ ਦੁਬਾਰਾ ਫੇਰ ਜਾਵੇ ਤੇ ਤੁਸੀਂ ਫੇਰ ਦੁਬਾਰਾ ਮੋੜ ਕੇ ਲਿਆਉਣਾ, ਫੇਰ ਜਾਵੇ ਫੇਰ ਮੋੜ ਕੇ ਲਿਆਉਣਾ, ਏਦਾਂ ਬਾਰ-ਬਾਰ ਮੋੜ ਕੇ ਲਿਆਉਣਾ। ਜਿਮ ਅੜੀਅਲ ਅਸ ਕੋ ਅਸਵਾਰ। ਜਿਵੇਂ ਅੜੀਅਲ ਘੋੜਾ ਹੁੰਦਾ ਨਾ, ਅੜੀਅਲ ਅਬੈੜਾ ਘੋੜਾ, ਉਹਦੇ ਤੇ ਚੰਗਾ ਘੋੜੇ ਦਾ ਸ਼ਾਹ ਸਵਾਰ ਜਦੋਂ ਬੈਠਦਾ ਹੈ, ਉਹ ਘੋੜਾ ਅੜੀ ਕਰਦਾ, ਸਿੱਧਾ ਟੋਰਦਾ, ਖੱਬੇ ਨੂੰ ਟੁਰਦਾ, ਸੱਜੇ ਟੋਰਦਾ, ਹੋਰ ਦੂਜੇ ਪਾਸੇ ਨੂੰ ਮੁੜਦਾ। ਅੜੀਅਲ ਘੋੜਾ ਜਿਵੇਂ ਅੜੀ ਕਰਦਾ, ਉਹ ਨਹੀਂ ਚੱਲਦਾ, ਉਹਨੂੰ ਜਿੱਧਰ ਮੋੜਦਾ ਉਧਰ ਨਹੀਂ ਮੁੜਦਾ, ਉਹ ਬਾਹਰ ਦੂਜੇ ਪਾਸੇ ਜਾਂਦਾ ਹੈ। ਸਨੇ ਸਨੇ ਤੇ ਅਗਰ ਦਿਖਾਰ। ਉਹ ਮੋੜ ਕੇ ਜਦੋਂ ਉਹਨੂੰ ਜਾਂਦਾ ਤੇ ਫਿਰ ਕੀ ਕਰਦਾ ਸਿਆਣਾ ਸਵਾਰ, ਉਹਨੂੰ ਸਿੱਧਾ ਪਾਸਾ ਵਿਖਾਉਂਦਾ ਵੀ ਤੂੰ ਸੱਜੇ ਖੱਬੇ ਨਹੀਂ ਵੇਖਣਾ, ਉਹਦੀ ਧੌਣ ਸਿੱਧੀ ਰੱਖਦਾ ਵੀ ਸਿੱਧਾ ਵੇਖ ਤੇ ਸਿੱਧਾ ਹੋ ਕੇ ਟੁਰ। ਉਹ ਫਿਰ ਉਹਨੂੰ ਸਿੱਧਾ ਟੋਰਨ ਦਾ ਯਤਨ ਕਰਦਾ ਹੈ। ਮੋਰ ਬਹੁਰ ਪਾਗਨ ਕੋ ਫੇਰੇ। ਉਹਨੂੰ ਮੋੜ ਕੇ ਉਹ ਵਾਗਾਂ ਨੂੰ ਫੇਰਦਾ ਦੁਬਾਰਾ। ਬੜੇ ਅੜੀਅਲ ਤੇ ਅਵੈੜੇ ਘੋੜੇ ਹੁੰਦੇ ਆ, ਉਹਨਾਂ ਨੂੰ ਮੋੜ ਕੇ ਲਿਆਣਾ ਪੈਂਦਾ ਵਾਗਾਂ ਦੇ ਨਾਲ। ਵਾਗਾਂ ਨਾਲ ਖਿੱਚ ਕੇ ਉਹਨੇ ਜਾਣਾ ਹੁੰਦਾ, ਫਿਰ ਉਹਨੂੰ ਖਿੱਚ ਕੇ ਮੋੜ ਕੇ ਲਿਆਉਣਾ ਪੈਂਦਾ। ਤੋ ਇਸ ਪ੍ਰਕਾਰ ਨਾਲ ਜਦੋਂ ਮੋੜ ਕੇ ਵਾਗਾਂ ਨੂੰ ਖਿੱਚ ਕੇ, ਉਹਦੀ ਲਗਾਮ ਨੂੰ ਖਿੱਚ ਕੇ ਜਦੋਂ ਟੋਰੀਦਾ ਹੈ, ਫੇਰ ਨਿਜ ਮਰਜੀ ਪ੍ਰੇਰੇ। ਉਹ ਫਿਰ ਮੁੜਦਾ ਪਿੱਛੇ ਨੂੰ, ਉਹਨੂੰ ਫਿਰ ਸਿੱਧਾ ਟੋਰੀਦਾ, ਫਿਰ ਪਿੱਛੇ ਨੂੰ ਮੁੜਦਾ, ਉਹਨੂੰ ਫਿਰ ਸਿੱਧਾ ਟੋਰੀਦਾ। ਜਦੋਂ ਬਾਰ-ਬਾਰ ਪ੍ਰੇਰ ਕੇ ਉਹਨੂੰ ਸਿੱਧਾ ਟੁਰਨ ਵਾਸਤੇ ਮਜਬੂਰ ਕੀਤਾ ਜਾਂਦਾ ਹੈ, ਕਰੇ ਸੁਧਾਰਨ ਹਿਤ ਕੋ ਦਹਿ। ਫਿਰ ਉਹ ਸਿੱਧਰ ਜਾਂਦਾ ਹੈ, ਫਿਰ ਉਹ ਸਿੱਧਾ ਹੋ ਕੇ ਚੱਲਣ ਲੱਗ ਪੈਂਦਾ। ਪਹਿਲਾਂ ਤਾਂ ਥੋੜਾ ਸਿੱਧਾ ਟੁਰਦਾ ਹੈ, ਸਹਿਜੇ ਸਿੱਧਾ ਟੁਰਦਾ ਹੈ। ਅਰੇ ਜੇ ਤਰਾਸ ਤਾਏ ਉਪਜੇ ਹੈ। ਜੇ ਉਹ ਅੜਦਾ ਹੈ ਤੇ ਫਿਰ ਉਹਨੂੰ ਚਾਬਕ ਦਾ ਡਰ ਵੀ ਵਿਖਾਇਆ ਜਾਂਦਾ ਵੀ ਠਹਿਰ ਜਾ, ਨਹੀਂ ਟੁਰਦਾ ਨਹੀਂ ਤਾਂ ਫਿਰ ਉਹਨੂੰ ਚਾਬਕ ਵਿਖਾਈ ਜਾਂਦੀ। ਘੋੜੇ ਨੂੰ ਚਾਬਕ ਮਾਰਨ ਦੀ ਲੋੜ ਨਹੀਂ ਪੈਂਦੀ, ਸਿਰਫ ਵਿਖਾਣੀ ਪੈਂਦੀ ਆ ਹੌਲੇ ਜੀ, ਉਹਦੇ ਨਾਲ ਹੀ ਉਹ ਸੂਟ ਵੱਟ ਲੈਂਦਾ। ਕਹਿੰਦੇ ਫਿਰ ਉਹਨੂੰ ਡਰਾਈਦਾ, ਚਾਬਕ ਦਾ ਡਰ ਦੇ ਕੇ ਟੋਰੀਦਾ ਹੈ। ਇਸ ਬਿਦ ਫੇਰ ਮਨ ਜੋਰ। ਕਹਿੰਦੇ ਇਹ ਮਨ ਵੀ ਅੜੀਅਲ ਘੋੜੇ ਵਾਂਗੂ ਹੈ, ਇਹਦਾ ਵੀ ਸੁਭਾਅ ਇਹੀ ਹੈ ਵੀ ਇਹ ਮੋੜ ਕੇ ਲਿਆਉਣਾ। ਇਹਨੇ ਫਿਰ ਦੌੜਨਾ ਬਾਹਰ ਨੂੰ, ਇਹਨੂੰ ਮੋੜ ਕੇ ਫਿਰ ਅੰਦਰ ਲੈ ਕੇ ਆਉਣਾ, ਇਹਨੇ ਫਿਰ ਜਾਣਾ, ਫਿਰ ਮੋੜ ਕੇ ਲਿਆਉਣਾ। ਇਹਦੀ ਇਹ ਬਿਰਤੀ ਹੈ। ਪਰ ਜਿਵੇਂ ਅੜੀਅਲ ਘੋੜੇ ਵੀ ਕਾਬੂ ਆ ਜਾਂਦੇ ਨੇ, ਇਸੇ ਤਰ੍ਹਾਂ ਇਹ ਅੜੀਅਲ ਮਨ ਵੀ ਕਾਬੂ ਆ ਜਾਂਦਾ ਇੱਕ ਨਾ ਇੱਕ ਦਿਨ। ਸਵਾਰ ਚੰਗਾ ਚਾਹੀਦਾ, ਨਹੀਂ ਤਾਂ ਕਈ ਅੜੀਅਲ ਘੋੜਿਆਂ ਦੇ ਉੱਤੇ ਬੈਠਦੇ, ਜੇ ਕੱਚਾ ਸਵਾਰ ਹੋਵੇ ਨਾ
ਤੇ ਉਹ ਘੋੜਾ ਉਹਦੀ ਲੱਤ ਬਾਂਹ ਤੋੜ ਦਿੰਦਾ ਸੱਟ ਕੇ, ਜਾਂ ਕਿਸੇ ਦਰਖਤ ਵਿੱਚ ਮਾਰਦਾ। ਚਰਖੀ ਘੋੜੇ ਜਿਹੜੇ ਚਰਖੀ ਮਾਰਦੇ ਨੇ, ਜਿਨ੍ਹਾਂ ਨੇ ਘੋੜ ਸਵਾਰੀ ਕੀਤੀ ਹੋਣੀ ਤੁਹਾਡੇ ਚ, ਉਹਨਾਂ ਨੂੰ ਪਤਾ ਹੋਣਾ ਵੀ ਘੋੜਾ ਇੱਕ ਚਰਖੀ ਮਾਰਦਾ ਹੁੰਦਾ। ਵੀ ਮੰਨ ਲਓ 60 ਤੇ 70 ਦੀ ਸਪੀਡ ਤੇ ਦੌੜ ਰਿਹਾ ਘੋੜਾ, 70 ਦੀ ਸਪੀਡ ਤੇ ਦੌੜਦਿਆਂ ਦੌੜਦਿਆਂ ਇੱਕਦਮ ਮੁੜ ਜਾਂਦਾ ਸੱਜੇ ਨੂੰ ਜਾਂ ਖੱਬੇ ਨੂੰ, ਉੱਤੇ ਬੈਠਾ ਸਵਾਰ ਧੜਮ ਦੇ ਕੇ ਥੱਲੇ ਜਾ ਪੈਂਦਾ। ਜਿਹੜਾ ਕੱਚਾ ਜਿਹਾ ਬੈਠਾ ਹੁੰਦਾ ਉਹ ਤਾਂ ਡਿੱਗ ਪੈਂਦਾ, ਲੱਤ ਬਾਂਹ ਤੁੜਾ ਲੈਂਦਾ। ਜਿਹੜਾ ਪਤਾ ਵੀ ਇਹਨੇ ਹੁਣ ਚਰਖੀ ਮਾਰਨੀ ਹੈ, ਉਹ ਤਿਆਰ ਬਰ ਤਿਆਰ ਹੋ ਕੇ ਰਹਿੰਦਾ ਹੈ, ਉਹਨੂੰ ਕਾਬੂ ਕਰਕੇ ਰੱਖਦਾ, ਆਪਣੇ ਸਰੀਰ ਨੂੰ ਸੰਭਾਲ ਕੇ ਰੱਖਦਾ। ਇੱਕਦਮ ਦੌੜਦਿਆਂ ਦੌੜਦਿਆਂ ਮੰਨ ਲਓ 70 ਦੀ ਸਪੀਡ ਤੇ ਦੌੜ ਰਿਹਾ, ਇੱਕਦਮ ਬ੍ਰੇਕ ਲਾ ਦਿੱਤੀ ਘੋੜੇ ਨੇ, ਪੈਰ ਥੱਲੜੇ ਅਗਲੇ ਨੀਵੇਂ ਕਰ ਲਏ। ਜਿਹੜਾ ਉੱਪਰ ਬੈਠਾ ਸਵਾਰ ਹੁੰਦਾ ਉਹ ਧੜਮ ਦੇ ਕੇ ਅਗਲੇ ਪਾਸੇ ਘੋੜੇ ਦੇ ਪੈਰਾਂ ਵਿੱਚ ਜਾ ਡਿੱਗਦਾ। ਇਦਾਂ ਇਹ ਘੋੜਿਆਂ ਦੀਆਂ ਬੜੀਆਂ ਭੈੜੀਆਂ ਤਾਂ ਆਦਤਾਂ ਹੁੰਦੀਆਂ ਨੇ, ਅੜੀਅਲ ਘੋੜਿਆਂ ਦੀਆਂ। ਪਰ ਜਿਹੜਾ ਚੰਗਾ ਸ਼ਾਹ ਸਵਾਰ ਹੁੰਦਾ ਉਹ ਅੜੀਅਲ ਤੋਂ ਅੜੀਅਲ ਘੋੜੇ ਨੂੰ ਵੀ ਕਾਬੂ ਕਰ ਲੈਂਦਾ। ਉਹ ਲੈ ਜਾਂਦਾ ਬਰੇਤੀ ਵਿੱਚ, ਫਿਰ ਕਿਸੇ ਦਰਿਆ ਦੇ ਕੰਢੇ 'ਚ ਬਰੇਤੀ 'ਚ ਲੈ ਜਾਂਦਾ। ਹੁਣ ਰੇਤਾ ਦੇ ਵਿੱਚ ਜਦੋਂ ਗੋਡਿਆਂ ਗੋਡਿਆਂ ਤੱਕ ਉਹਦਾ ਪੈਰ ਧੱਸਦਾ, ਉੱਤੇ ਇੱਕ ਸਵਾਰ ਬੈਠਾ ਹੁੰਦਾ, ਉਹਦਾ ਵਜਨ ਫਿਰ ਜਦੋਂ ਟੋਰਦਾ ਨਾ, ਫਿਰ ਉਸ ਵੇਲੇ ਬੜੀ ਵਧੀਆ ਚਾਲ ਕੱਢਦਾ ਘੋੜਾ। ਫਿਰ ਉਹਦੀਆਂ ਲੱਤਾਂ 'ਚ ਉਨੀ ਦਮ ਨਹੀਂ ਰਹਿੰਦਾ, ਤਾਕਤ ਨਹੀਂ ਰਹਿੰਦੀ, ਤੇ ਉਹ ਕਾਬੂ ਵਿੱਚ ਆ ਜਾਂਦਾ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਇਹ ਮਨ ਦੀ ਹਾਲਤ ਹੈ, ਇਹਦਾ ਚੰਗਾ ਸ਼ਾਹ ਸਵਾਰ ਬਣਨਾ ਪੈਣਾ। ਤੇ ਸਵਾਰੀ ਸਿੱਖਿਆ ਆ ਜਾਂਦੀ, ਇੱਕੋ ਦਮ ਤਾਂ ਨਹੀਂ ਕੋਈ ਸਿੱਖ ਸਕਦਾ। ਜਦੋਂ ਕੋਈ ਸ਼ਬਦ ਦੀ ਕਮਾਈ ਕਰਦਾ ਫਿਰ ਇਸ ਮਨ ਨੂੰ ਕਾਬੂ ਕਰਨ ਵਾਸਤੇ ਉਹ ਸક્ષਮ ਹੋ ਜਾਂਦਾ, ਉਹ ਸਮਰੱਥ ਹੋ ਜਾਂਦਾ। ਹਾਂਜੀ, ਸੁਧ ਹੋਏ ਲੈ ਸਵਾਦ ਨਾ ਮੋਰ। ਕਹਿੰਦੇ ਫਿਰ ਇਹ ਮਨ ਸ਼ੁੱਧ ਹੋ ਜਾਂਦਾ ਹੈ, ਫਿਰ ਇਹਦੇ ਵਿੱਚੋਂ ਸਵਾਦ ਆਉਣ ਲੱਗ ਪੈਂਦਾ ਹੈ। ਔਰ ਫਿਰ ਇਹ ਮਨ ਜਦੋਂ ਸ਼ਬਦ ਦੇ ਵਿੱਚੋਂ ਸਵਾਦ ਲੈਣ ਲੱਗ ਪੈਂਦਾ ਹੈ, ਫਿਰ ਉਹਨੂੰ ਛੱਡ ਕੇ ਬਾਹਰ ਨਹੀਂ ਜਾਂਦਾ। ਜਦੋਂ ਬਾਰ-ਬਾਰ ਮੋੜਾਂਗੇ ਨਾ, ਸ਼ਬਦ ਵਿੱਚ ਲਾਵਾਂਗੇ ਇਸ ਮਨ ਨੂੰ, ਫਿਰ ਇਹਨੂੰ ਸ਼ਬਦ ਵਿੱਚੋਂ ਸਵਾਦ ਆਉਣ ਲੱਗ ਪਏਗਾ। ਜਦੋਂ ਇਹਨੂੰ ਸਵਾਦ ਆਉਣ ਲੱਗ ਪਿਆ ਨਾ, ਗਿੱਝ ਗਿਆ ਸਵਾਦ ਲੈਣਾ, ਫਿਰ ਨਹੀਂ ਛੱਡ ਕੇ ਜਾਂਦਾ ਸ਼ਬਦ ਨੂੰ। ਫਿਰ ਤਾਂ ਸੁਣਦਿਆਂ ਸਾਰ ਹੋ ਲੋਟ ਪੋਟ ਹੋਏ ਪਈਆ। ਸੁਣ ਗੁਰ ਬਚਨ ਮਨ ਤੀਰ ਲਗਈਆ, ਸੁਣ ਲੋਟ ਪੋਟ ਹੋਏ ਪਈਆ। ਕਹਿੰਦੇ ਫਿਰ ਤਾਂ ਇਹ ਮਨ ਲੋਟ ਪੋਟ ਹੋ ਜਾਂਦਾ, ਫਿਰ ਉਸ ਸ਼ਬਦ ਨੂੰ ਛੱਡ ਕੇ ਜਾਂਦਾ ਨਹੀਂ। ਸੁਨ ਗੁਰ ਤੇ ਕੀ ਨਸਬਿਦ ਤੈਸੇ। ਮਹਾਰਾਜ ਜੀ ਦੇ ਬਚਨ ਭਾਈ ਜੜੀਆ ਸਾਈਂ ਦਾਸ ਜੀ ਨੇ ਸੁਣੇ, ਉਸੇ ਤਰ੍ਹਾਂ ਕੀਤਾ ਜਿਵੇਂ ਸਾਹਿਬ ਨੇ ਕਿਹਾ। ਸਨੇ ਸਨੇ ਮਨ ਬਸ ਹੋਏ ਜੈਸੇ। ਜਿਵੇਂ ਸਹਿਜੇ ਸਹਿਜੇ ਇਹ ਮਨ ਵਸ ਵਿੱਚ ਆ ਜਾਵੇ, ਉਸੇ ਤਰ੍ਹਾਂ ਦਾ ਅਭਿਆਸ ਕਰਨ ਲੱਗੇ। ਆਪਾ ਨੇ ਜਨਾਏ ਗੁਰ ਆਗੇ। ਕਦੇ ਸਤਿਗੁਰਾਂ ਅੱਗੇ ਆਪਣਾ ਆਪਾ ਨਹੀਂ ਜਣਾਇਆ ਭਾਈ ਸਾਈਂ ਦਾਸ ਤੇ ਜੜੀਆ ਜੀ ਨੇ। ਨਿਸ ਦਿਨ ਰਹੇ ਸੇਵ ਮੈਂ ਲਾਗੇ। ਰਾਤ ਦਿਨ ਸਤਿਗੁਰਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ, ਜੁੜੇ ਰਹਿੰਦੇ ਹਨ। ਇਮ ਸ਼੍ਰੀ ਗੁਰ ਅੰਮ੍ਰਿਤ ਸਰ ਮਾਈ। ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਖੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਵਿੱਚ ਸਿੱਖਨ ਕੋ ਉਪਦੇਸ਼ ਕਰਾਈ। ਆਪਣਿਆਂ ਸਿੱਖਾਂ ਨੂੰ ਮਹਾਰਾਜ ਜੀ ਉਪਦੇਸ਼ ਦਿੱਤਾ ਹੈ। ਸੈਂਕੜੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ। ਤਕਰੀਬਨ ਮਹੀਨੇ ਭਰ ਤੋਂ ਉੱਪਰ ਇਹ ਕਥਾ ਲਗਾਤਾਰ ਚੱਲੀ, ਆਪ ਜੀ ਸੁਣ ਰਹੇ ਹੋ। ਤੋ ਮਹਾਰਾਜ ਜੀ ਨੇ ਅਨੇਕਾਂ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ। ਗੋਇੰਦਵਾਲ ਜਾਨ ਕੋ ਚਾਹਾ। ਇੱਥੇ ਜਿਹੜੀ ਸਿੱਖਾਂ ਦੀ ਭਗਤਮਾਲਾ ਪੋਥੀ ਹੈ ਭਾਈ ਮਨੀ ਸਿੰਘ ਦੀ, ਉਹਦੇ ਵਿੱਚੋਂ ਜਿਹੜੀ ਕਥਾ ਲਿਖੀ ਭਾਈ ਸਾਹਿਬ ਜੀ ਨੇ, ਇੱਥੇ ਉਹਦੀ ਸਮਾਪਤੀ ਹੋਈ ਸਿੱਖਾਂ ਦੀ ਭਗਤਮਾਲਾ ਦੀ। ਹੁਣ ਅੱਗੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਜਿਹੜੀ ਜੀਵਨੀ ਹੈ, ਇਤਿਹਾਸ ਹੈ, ਉਹ ਚੱਲਦਾ ਹੈ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਨ ਵਿੱਚ ਇੱਛਾ ਕੀਤੀ ਕਿ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਜਾਈਏ। ਮਹਾਰਾਜ ਜੀ ਦੇ ਮਨ 'ਚ ਫੁਰਨਾ ਹੋਇਆ ਕਿ ਸਤਿਗੁਰਾਂ ਦਾ ਪ੍ਰਕਾਸ਼ ਸਥਾਨ ਵੀ ਗੋਇੰਦਵਾਲ ਸਾਹਿਬ ਹੈ। ਬਚਪਨ ਮਹਾਰਾਜ ਜੀ ਦਾ ਗੋਇੰਦਵਾਲ ਸਾਹਿਬ ਬੀਤਿਆ, ਨਾਨਕੇ ਪਿੰਡ। ਨਾਨਾ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਗੁਰੂ ਅਰਜਨ ਦੇਵ ਸਾਹਿਬ ਰਹੇ ਨੇ, ਉੱਥੇ ਹੀ ਵਰ ਲਏ ਨੇ ਗੁਰੂ ਪੰਜਵੇਂ ਪਾਤਸ਼ਾਹ ਨੇ। ਜਦੋਂ ਮਹਾਰਾਜ ਗੁਰੂ ਅਮਰਦਾਸ ਨੇ ਕਿਹਾ ਦੋਹਿ ਥਾ ਬਾਣੀ ਕਾ ਬੋਹਿ ਥਾ, ਮਹਾਰਾਜ ਜੀ ਦੇ ਮਨ 'ਚ ਸੰਕਲਪ ਹੋਇਆ
ਕਿ ਗੋਇੰਦਵਾਲ ਸਾਹਿਬ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰੀਏ। ਸੰਤਤ ਗੁਰੂ ਅਮਰ ਕੇ ਪਾਹਾ, ਉੱਥੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਤਾਨ ਵਸਦੀ ਹੈ। ਮਹਾਰਾਜ ਜੀ ਦੇ ਰਿਸ਼ਤੇ 'ਚ ਲੱਗਣ ਵਾਲੇ ਮਾਮੇ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਅੱਗੋਂ ਉਹਨਾਂ ਦੇ ਪੁੱਤਰ ਪੜਪੋਤਰੇ ਬਾਬਾ ਅਰਥਮਲ ਜੀ, ਬਾਬਾ ਸੰਸ ਰਾਮ ਜੀ, ਬਾਬਾ ਆਨੰਦ ਜੀ। ਤੋ ਇਸ ਪ੍ਰਕਾਰ ਨਾਲ ਬਾਬਾ ਸੁੰਦਰ ਜੀ ਵਰਗੇ ਬਹੁਤ ਗੁਰਸਿੱਖ ਜਿਹੜੇ ਗੁਰੂ ਅਮਰਦਾਸ ਜੀ ਦੀ ਅੰਸ਼ ਵੰਸ਼ ਚੋਂ ਨੇ, ਉਹ ਉੱਥੇ ਰਹਿੰਦੇ ਹਨ। ਕਰ ਤਿਆਰੀ ਸਿੱਖ ਸੰਗ ਵਿਸਾਲ, ਸਾਰੇ ਸਿੱਖਾਂ ਨੇ ਤਿਆਰੀ ਕੀਤੀ ਨਾਲ ਮਹਾਰਾਜ ਜੀ ਦੇ ਚੱਲਣ ਵਾਸਤੇ। ਜਿਨ ਮੈਂ ਬ੍ਰਹਮ ਗਿਆਨੀ ਮੁਖ ਜਾਲ, ਬੜੇ ਬੜੇ ਆਤਮ ਗਿਆਨੀ ਸਿੱਖ ਮਹਾਰਾਜ ਪੰਜਵੇਂ ਪਾਤਸ਼ਾਹ ਨਾਲ ਸ੍ਰੀ ਗੋਇੰਦਵਾਲ ਸਾਹਿਬ ਜਾਣ ਲਈ ਤਿਆਰ ਹੋਏ। ਬ੍ਰਿਧ ਤੇ ਆਦ ਸੇਵ ਗੁਰ ਪੀਨੇ, ਬ੍ਰਹਮ ਗਿਆਨੀਆਂ ਵਿੱਚੋਂ ਮਹਾਨ ਬ੍ਰਹਮ ਗਿਆਨੀ ਜਿਨ੍ਹਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੁੰਦੀ ਆ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਵੀ ਨਾਲ ਤਿਆਰ ਹੋਏ ਮਹਾਰਾਜ ਜੀ ਦੇ ਜਾਣ ਵਾਸਤੇ। ਗਮਨ ਹੇਤ ਸਭ ਹਿਨ ਮਨ ਕੀਨੇ, ਸਭ ਦੇ ਮਨ 'ਚ ਸੰਕਲਪ ਹੋਇਆ ਨਾਲੇ ਸਤਿਗੁਰਾਂ ਦੇ ਦਰਸ਼ਨ ਕਰਾਂਗੇ, ਨਾਲੇ ਗੁਰੂ ਨਗਰੀ ਗੋਇੰਦਵਾਲ ਸਾਹਿਬ ਦੇ ਦੀਦਾਰ ਕਰਾਂਗੇ, ਬੌਲੀ ਸਾਹਿਬ ਦਾ ਇਸ਼ਨਾਨ ਕਰਾਂਗੇ। ਸ਼੍ਰੀ ਅਰਜਨ ਗੁਰ ਗੁਣਨ ਉਧਾਰ, ਧੰਨ ਗੁਰੂ ਅਰਜਨ ਦੇਵ ਸਾਹਿਬ ਜੋ ਮਹਾਨ ਗੁਣਾਂ ਦੇ ਉਦਾਰ ਮਾਲਕ ਹਨ। ਨਿਤ ਪ੍ਰਤ ਚਾਹਤ ਪਰ ਉਪਕਾਰ, ਸਤਿਗੁਰੂ ਪੰਜਵੇਂ ਪਾਤਸ਼ਾਹ ਨਿਤਾ ਪ੍ਰਤੀ ਚਾਹੁੰਦੇ ਨੇ ਜੀਵਾਂ ਤੇ ਉਪਕਾਰ ਕਰਨਾ, ਜੀਵਾਂ ਦਾ ਭਲਾ ਕਰਨਾ, ਜੀਵਾਂ ਦੀ ਕਲਿਆਣ ਕਰਨੀ। ਇਹੀ ਮਹਾਰਾਜ ਜੀ ਨਿਤ ਚਾਹੁੰਦੇ ਹਨ। ਜਿਮ ਸੂਰਜ ਕਰ ਮਹਾ ਪ੍ਰਕਾਸ਼, ਜਿਵੇਂ ਸੂਰਜ ਦਾ ਮਹਾਨ ਪ੍ਰਕਾਸ਼ ਹੁੰਦਾ, ਉਹ ਰੋਜ਼ ਰੌਸ਼ਨੀ ਕਰਦਾ ਹੈ। ਸਕਲ ਜਗਤ ਕੋ ਦੇ ਸੁਖ ਰਾਸ, ਸੂਰਜ ਸਾਰੇ ਜਗਤ ਨੂੰ ਰੌਸ਼ਨੀ ਦੇ ਕੇ ਸੁਖ ਦਿੰਦਾ ਹੈ। ਨਿੰਦਕ ਦੁਸ਼ਟ ਉਲੂਕ ਨ ਜਾਣੈ, ਪਰ ਸੂਰਜ ਦੀ ਉਸ ਰੌਸ਼ਨੀ ਦਾ ਪ੍ਰਤਾਪ ਉੱਲੂ ਨਹੀਂ ਸਮਝਦੇ। ਚਮ ਗਿੱਦੜਾਂ ਨੂੰ ਉਹ ਪ੍ਰਕਾਸ਼ ਨਹੀਂ ਚੰਗਾ ਲੱਗਦਾ। ਮਹਾਰਾਜ ਜੀ ਵੀ ਨਿਤ ਸੰਸਾਰ ਦੇ ਜੀਵਾਂ ਨੂੰ ਪ੍ਰਕਾਸ਼ ਦੇ ਕੇ ਰੋਸ਼ਨੀ ਵੰਡਦੇ ਨੇ, ਪਰ ਜਿਹੜੇ ਗੁਰੂ ਘਰ ਦੇ ਨਿੰਦਕ ਨੇ, ਉੱਲੂਆਂ ਵਰਗੇ, ਚਮ ਗਿੱਦੜਾਂ ਵਰਗੇ, ਉਹਨਾਂ ਨੂੰ ਗੁਰੂ ਦਾ ਪ੍ਰਤਾਪ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਮੇਰੇ ਸਤਿਗੁਰਾਂ ਦੀ ਮਹਿਮਾ ਚੰਗੀ ਨਹੀਂ ਲੱਗਦੀ। ਅੰਧ ਬਨੇ ਨਿਜ ਬੁਰਾ ਸੁਠਾਨੇ, ਉਹ ਅੰਨ ਪੁਣੇ ਦੇ ਵਿੱਚ ਹਮੇਸ਼ਾ ਬੁਰਾਈ ਕਰਦੇ ਹਨ। ਚੜ ਖਾਸੇ ਪਰ ਸਤਗੁਰ ਚਲੇ, ਮਹਾਰਾਜ ਜੀ ਖਾਸਾ, ਖਾਸਾ ਕਹਿੰਦੇ ਨੇ ਪਾਲਕੀ ਨੂੰ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿਆਰੀ ਕੀਤੀ, ਸਿੱਖਾਂ ਨੇ ਤਿਆਰੀ ਕਰ ਲਈ ਨਾਲ ਚੱਲਣ ਵਾਸਤੇ। ਗੁਰਦੇਵ ਜੀ ਅੱਜ ਪਾਲਕੀ 'ਚ ਸਵਾਰ ਹੋ ਕੇ ਚੱਲੇ ਨੇ। ਬੜੀ ਸੁੰਦਰ ਪਾਲਕੀ ਮਹਾਰਾਜ ਜੀ ਵਾਸਤੇ ਆਈ। ਮਾਤਾ ਜੀ ਕਰ ਬੰਧਨ ਮਿਲੇ, ਮਾਤਾ ਜੀ ਨੂੰ ਵੀ ਸਤਿਗੁਰੂ ਜੀ ਨੂੰ, ਮਹਾਰਾਜ ਜੀ ਨੂੰ ਬੰਦਨਾ ਕਰਕੇ ਮਿਲੇ। ਰਹੋ ਸਦਨ ਦੇ ਧੀਰਜ ਤੁਰੇ, ਉਹਨਾਂ ਨੂੰ ਧੀਰਜ ਦੇ ਕੇ ਮਾਤਾ ਗੰਗਾ ਜੀ ਨੂੰ ਕਿ ਤੁਸੀਂ ਘਰ ਵਿੱਚ ਰਹੋ, ਅਸੀਂ ਗੋਇੰਦਵਾਲ ਸਾਹਿਬ ਚੱਲੇ ਆਂ, ਕੁਝ ਦਿਨਾਂ ਦੀ ਯਾਤਰਾ ਤੋਂ ਬਾਅਦ ਵਾਪਸ ਆਵਾਂਗੇ। ਸਨੇ ਸਨੇ ਮਗ ਚਲ ਭੋ ਕਰੇ, ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ। ਕਿਤਕ ਕੋਸ ਗਮਨੇ ਥਿਤ ਹੋਏ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਕੁਝ ਕੋ ਦਾ ਪੈਂਡਾ ਤੈਅ ਕਰਕੇ ਇੱਕ ਜਗ੍ਹਾ ਤੇ ਆ ਕੇ ਸਤਿਗੁਰੂ ਜੀ ਖਲੋ ਗਏ। ਉਤਰੇ ਸੁੰਦਰ ਥਲ ਕੋ ਜੋਏ, ਬੜਾ ਸੋਹਣਾ ਥਾਂ ਹੈ, ਬੜੀ ਚੰਗੀ ਭਲੀ ਜਗ੍ਹਾ ਵੇਖ ਕੇ ਮਹਾਰਾਜ ਜੀ ਨੇ ਉਤਾਰਾ ਕੀਤਾ ਹੈ। ਜਹਾਂ ਤਰਨ ਤਾਰਨ ਇਸ ਥਾਨ, ਕਿੱਥੇ ਉਤਰੇ ਨੇ, ਕਿੱਥੇ ਚਰਨ ਪਾਏ ਨੇ ਮੇਰੇ ਪਾਤਸ਼ਾਹ ਨੇ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਪਾਵਨ ਸਥਾਨ ਹੈ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ। ਗੁਰੂ ਘਰਾਂ ਵਿੱਚ ਸਭ ਤੋਂ ਵੱਡਾ ਤੇ ਵਿਸ਼ਾਲ ਸਰੋਵਰ ਜੋ ਹੈ ਉਹ ਤਰਨ ਤਾਰਨ ਸਰੋਵਰ ਹੈ। ਉਦੋਂ ਨਹੀਂ ਸੀ ਬਣਿਆ ਜਦੋਂ ਮਹਾਰਾਜ ਜੀ ਇੱਥੇ ਉਤਰੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਉਤਾਰਾ ਕੀਤਾ ਉਸ ਜਗ੍ਹਾ ਤੇ ਜਿੱਥੇ ਅੱਜ ਕੱਲ ਸ੍ਰੀ ਤਰਨ ਤਾਰਨ ਸਾਹਿਬ ਹੈ। ਤੀਰਥ ਦੇਖਿਓ ਲਾਏ ਧਿਆਨ, ਤੀਰਥ ਵੇਖਿਆ ਕਿ ਇਸ ਜਗ੍ਹਾ ਤੇ ਮਹਾਨ ਤੀਰਥ ਹੈ।
ਉਹ ਪ੍ਰਗਟ ਕਰਨਾ ਚਾਹੀਦਾ, ਉਜਾਗਰ ਕਰਨਾ ਚਾਹੀਦਾ ਹੈ। ਨਰ ਨਾਰੀ ਇਸ਼ਨਾਨ ਤੇ ਪਾਵਨ, ਇੱਥੇ ਜਿਹੜਾ ਕੋਈ ਨਰ ਨਾਰੀ ਇਸ਼ਨਾਨ ਕਰੇਗਾ ਉਹ ਪਵਿੱਤਰ ਹੋਵੇਗਾ, ਪਾਵਨ ਹੋਵੇਗਾ। ਸ਼ਰਧਾ ਕਰੇ ਕਾਮਨਾ ਪਾਵਨ, ਕੋੜੀ ਵੀ ਨਹਾਣਗੇ ਤੇ ਕੋੜੀਆਂ ਦਾ ਕੋੜ ਕੱਟਿਆ ਜਾਏਗਾ, ਐਸਾ ਤੀਰਥ ਹੈ ਇਸ ਜਗ੍ਹਾ ਤੇ। ਜੇ ਕਿਸੇ ਨੂੰ ਕੋੜ ਦਾ ਰੋਗ ਹੋਵੇ, ਕੁਸ਼ਟ ਦਾ, ਚਮੜੀ ਦਾ ਰੋਗ, ਉਹ ਵੀ ਇੱਥੇ ਇਸ਼ਨਾਨ ਕਰੇ ਤੇ ਉਹਦਾ ਕਸ਼ਟ ਰੋਗ ਠੀਕ ਹੋਵੇਗਾ। ਮਾਰਗ ਚਲੇ ਭਾਵ ਤੇ ਪਾਵਨ, ਔਰ ਇਸ ਰਸਤੇ ਤੇ ਪੈਰਾਂ ਨਾਲ ਪ੍ਰੇਮ ਕਰਨੇ ਰਸਤੇ ਵਿੱਚ ਚੱਲਣਗੇ। ਮਿਟੇ ਰੋਗ ਤਨ ਆਨੰਦ ਪਾਵਨ, ਔਰ ਉਹਨਾਂ ਦੇ ਰੋਗ ਮਿਟਣਗੇ ਜਿਹੜੇ ਇੱਥੇ ਆ ਕੇ ਇਸ਼ਨਾਨ ਕਰਨਗੇ, ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਇਕ ਤੋਂ ਪਲਾ ਸੂਰ ਤੈ ਗ੍ਰਾਮ, ਖਾਲਸਾ ਜੀ ਹੁਣ ਇਹ ਜਿਹੜੀ ਜਗ੍ਹਾ ਸੀ, ਦੋ ਪਿੰਡਾਂ ਦੀ ਸਾਂਝੀ ਜਗ੍ਹਾ ਸੀ। ਇੱਕ ਸੀ ਨੇੜੇ ਪਿੰਡ, ਉਸ ਪਿੰਡ ਦਾ ਨਾਂ ਸੀ ਪਲਾਸੂਰ। ਉਸ ਪਿੰਡ ਦਾ ਨਾਂ ਪਲਾਸੂਰ ਹੈ। ਖਾਨਵਾਲ ਦੂਸਰ ਕੋ ਨਾਮ, ਦੂਜਾ ਪਿੰਡ ਹੈ ਖਾਨਵਾਲ, ਉਹ ਦੂਜੇ ਪਿੰਡ ਦਾ ਨਾਂ ਹੈ। ਇਨ ਤੇ ਆਦਿਕ ਗ੍ਰਾਮ ਜੇ ਔਰ, ਇਹਨਾਂ ਦੋਹਾਂ ਪਿੰਡਾਂ ਤੋਂ ਇਲਾਵਾ ਨੇੜੇ ਤੇੜੇ ਜਿਹੜੇ ਹੋਰ ਪਿੰਡ ਹਨ, ਲਰਤ ਪਰਸ ਪਰ ਰਹਿ ਤਿਸ ਠੌਰ, ਉਹ ਇਸ ਜਗ੍ਹਾ ਵਾਸਤੇ ਲੜਦੇ ਰਹਿੰਦੇ ਸੀ। ਦੋ ਪਿੰਡਾਂ ਦੀ ਜਗ੍ਹਾ ਤਾਂ ਹੈ ਸੀ, ਉਹ ਤਾਂ ਲੜਦੇ ਹੀ ਸੀ, ਪਲਾਸੂਰ ਤਾਂ ਖਾਨਪੁਰ। ਉਹ ਕਹਿੰਦੇ ਸੀ ਪਲਾਸੂਰ ਵਾਲੇ ਸਾਡੀ ਜਗ੍ਹਾ, ਖਾਨਪੁਰ ਵਾਲੇ ਕਹਿੰਦੇ ਸਾਡੀ। ਇਹਨਾਂ ਦੀ ਲੜਾਈ 'ਚ 5-4 ਪਿੰਡ ਆਲੇ ਦੁਆਲੇ ਹੋਰ ਆ ਪਏ, ਉਹ ਆਪਣਾ ਦਾਵਾ ਕਰਨ ਲੱਗ ਪਏ ਵੀ ਸਾਡੀ ਜਗ੍ਹਾ। ਸਾਰਿਆਂ ਨੇ ਆਪਣਾ ਆਪਣਾ ਦਾਵਾ ਕੀਤਾ ਹੋਇਆ ਔਰ ਲੜਦੇ ਸਨ। ਉਹ ਨਰ ਮਰੇ ਪਰੇ ਸੰਗਰਾਮ, ਕਈ ਵਾਰ ਇੰਨੀ ਜ਼ਿਆਦਾ ਲੜਾਈ ਹੋਈ ਕਿ ਕਈ ਕਤਲ ਵੀ ਹੋ ਗਏ ਉਸ ਲੜਾਈ ਦੇ ਵਿੱਚ। ਕਰਤੇ ਦ્વੈਖ ਜਾਏ ਜਮ ਤਾਮ, ਦਵੈਸ਼ ਕਰਦਿਆਂ ਲੋਕ ਕਈ ਮਰ ਮੁੱਕ ਗਏ ਸਨ ਇਸ ਜਗ੍ਹਾ ਪਿੱਛੇ। ਤਿਨ ਕੋ ਮਹਾ ਬਿਲੋਕੇ ਉਚੇਰਾ, ਮਹਾਰਾਜ ਜੀ ਨੇ ਵੇਖਿਆ ਨਾਲੇ ਤਾਂ ਇਹ ਜਗ੍ਹਾ ਗੁਰੂ ਘਰ ਦੀ ਹੋ ਜਾਏਗੀ, ਜ਼ਮੀਨ ਦੇ ਇਹਨਾਂ ਨੂੰ ਪੈਸੇ ਦੇ ਦੇਣੇ, ਇਹਨਾਂ ਦੀ ਲੜਾਈ ਮਿਟ ਜਾਏਗੀ ਪਿੰਡਾਂ ਦੀ। ਵੇਖੋ ਮਹਾਰਾਜ ਜੀ ਦੀ ਕਿੰਨੀ ਕਰੁਣਾ ਵਾਲੀ ਬਿਰਤੀ ਹੈ ਕਿ ਇਹਨਾਂ ਦੀ ਲੜਾਈ ਮਿਟ ਜਾਏਗੀ, ਇਹ ਸਾਰੇ ਪਿੰਡ ਇੱਕ ਦੂਜੇ ਨਾਲ ਭਰਾਤਰੀ ਭਾਵ ਨਾਲ ਰਹਿਣਗੇ। ਸ਼੍ਰੀ ਗੁਰ ਅਰਜਨ ਕੀਨਸ ਡੇਰਾ, ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਇਹਨਾਂ ਪਿੰਡਾਂ ਦੀ ਲੜਾਈ ਮੁਕਾਉਣ ਵਾਸਤੇ ਉਸ ਜਗ੍ਹਾ ਤੇ ਡੇਰਾ ਕੀਤਾ। ਅਗਲੇ ਦਿਨ ਗ੍ਰਾਮੀਨ ਹਕਾਰੇ, ਅਗਲੇ ਦਿਨ ਮਹਾਰਾਜ ਜੀ ਨੇ ਜਿਹੜੇ ਪਿੰਡਾਂ ਦੇ ਲੋਕ ਸਨ ਪੰਚਾਇਤ ਦੇ ਉਹ ਬੁਲਾਏ। ਲਰਨ ਬਿਕੇ ਬੋ ਦੋਸ਼ ਉਚਾਰੇ, ਮਹਾਰਾਜ ਜੀ ਨੇ ਆਖਿਆ ਭਾਈ ਇਹ ਲੜਾਈ ਵਿੱਚ ਬੜੇ ਭਾਰੀ ਦੋਸ਼ ਹਨ। ਇਕ ਤੋਂ ਤੁਮਰੀ ਮਿਟੇ ਲੜਾਈ, ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡੀ ਲੜਾਈ ਮਿਟਾਣਾ ਚਾਹੁੰਦੇ, ਇੱਕ ਤਾਂ ਤੁਹਾਡੀ ਲੜਾਈ ਮਿਟ ਜਾਏਗੀ, ਦੁਤੀਏ ਧਨ ਲੇਵੋ ਮਨ ਪਾਈ, ਦੂਜਾ ਅਸੀਂ ਤੁਹਾਨੂੰ ਮਨ ਭਾਉਂਦਾ ਇਹ ਜ਼ਮੀਨ ਦਾ ਪੈਸਾ ਦਿਆਂਗੇ। ਇਹ ਨਹੀਂ ਵੀ ਤੁਹਾਡੀ ਲੜਾਈ ਵਿੱਚ ਜ਼ਮੀਨ ਅਸੀਂ ਮਾਲਕ ਬਣ ਜਾਈਏ, ਇਹ ਵੀ ਨਹੀਂ ਮਹਾਰਾਜ ਜੀ ਨੇ ਕਿਹਾ। ਪਾਤਸ਼ਾਹ ਕਹਿੰਦੇ ਤੁਹਾਡੀ ਲੜਾਈ ਮਿਟ ਜਾਏਗੀ, ਬਾਕੀ ਜਿੰਨਾ ਤੁਹਾਨੂੰ ਇਹਦਾ ਪੈਸਾ ਚਾਹੀਦਾ ਉਹ ਦੱਸੋ, ਇਹ ਜ਼ਮੀਨ ਅਸੀਂ ਤੁਹਾਡੇ ਕੋਲੋਂ ਮੁੱਲ ਖਰੀਦਾਂਗੇ। ਵੈਸੇ ਝਗੜੇ ਵਾਲੀ ਜ਼ਮੀਨ ਖਰੀਦਣੀ ਔਖਾ ਹੁੰਦਾ, ਪਰ ਮਹਾਰਾਜ ਕਹਿੰਦੇ ਅਸੀਂ ਤੁਹਾਡਾ ਝਗੜਾ ਮਿਟਾਉਣ ਵਾਸਤੇ ਖਰੀਦਣ ਨੂੰ ਤਿਆਰ ਹਾਂ। ਤ੍ਰਿਤੀਏ ਗੁਰ ਕੋ ਕਾਰਜ ਇਹਾਂ, ਤੀਜਾ ਇੱਥੇ ਗੁਰੂ ਘਰ ਦਾ ਕਾਰਜ ਹੈ। ਚਤਰਥ ਨਰ ਪ੍ਰਾਪਤ ਫਲ ਮਹਾ, ਇੱਥੇ ਵੱਡਾ ਭਾਰੀ ਫਲ ਪ੍ਰਾਪਤ ਹੋਵੇਗਾ। ਇੱਥੇ ਚੌਥਾ ਸਭ ਨੂੰ ਮਹਾਤਮ ਪ੍ਰਾਪਤ ਹੋਵੇਗਾ। ਦੇਉ ਭੂਮਿਕਾ ਗੁਰ ਘਰ ਕੋ ਅਬ, ਇਹ ਜਗ੍ਹਾ ਤੁਸੀਂ ਗੁਰੂ ਘਰ ਨੂੰ ਦੇ ਦਿਓ। ਦਰਬ ਮੋਲ ਤੇ ਲਿਓ ਦੁਗਣਾ ਲਬ, ਜਿੰਨਾ ਮੁੱਲ ਹੈ ਜ਼ਮੀਨ ਦਾ ਉਹਦੇ ਤੋਂ ਦੁੱਗਣਾ ਮੁੱਲ ਅਸੀਂ ਦੇਵਾਂਗੇ। ਇਹ ਜ਼ਮੀਨ ਦਾ ਜਿੰਨਾ ਮੁੱਲ ਹੈ ਉਹਦੇ ਤੋਂ ਦੁੱਗਣਾ ਮੁੱਲ ਅਸੀਂ ਦੇਵਾਂਗੇ। ਇਹ ਵੀ ਨਹੀਂ ਵੀ ਲੜਾਈ ਵਾਲੀ ਜ਼ਮੀਨ ਹੈ ਤੇ ਅਸੀਂ ਤੁਹਾਡੇ ਕੋਲੋਂ ਘੱਟ ਪੈਸਿਆਂ 'ਚ ਖਰੀਦ ਲਈਏ, ਜਿਵੇਂ ਆਮ ਕਰਕੇ ਕਈ ਲੋਕ ਕਰਦੇ ਆ ਵੀ ਲੜਾਈ ਅਸੀਂ ਆਪੇ ਰਜਿੱਟਦੇ ਰਹਾਂਗੇ। ਮਹਾਰਾਜ ਕਹਿੰਦੇ ਜਿੰਨਾ ਮੁੱਲ ਹੈ ਉਹਦੇ ਨਾਲੋਂ ਦੁੱਗਣਾ ਦੇਾਂਗੇ ਤੁਹਾਨੂੰ। ਖਾਨਵਾਲ ਕੇ ਖੱਤਰੀ ਜਾਤ, ਜਿਹੜਾ ਖਾਨਵਾਲ ਪਿੰਡ ਸੀ ਉਹਦੇ 'ਚ ਖੱਤਰੀ ਲੋਕ ਰਹਿੰਦੇ ਸਨ। ਪਲਾਸੂਰ ਰੰਗਰ ਬਖਿਆਤ, ਜਿਹੜਾ ਪਲਾਸੂਰ ਪਿੰਡ ਸੀ ਉਹਦੇ 'ਚ ਰੰਗੜ ਰਹਿੰਦੇ ਸਨ। ਮਿਟੇ ਕਲਾ ਸਭ ਨੇ ਮਨ ਜਾਣਿਓ, ਉਹਨਾਂ ਸਾਰਿਆਂ ਨੇ ਵਿਚਾਰ ਕੀਤੀ ਵੀ ਇਹ ਤਾਂ ਬੜਾ ਵਧੀਆ ਕੰਮ ਹੈ, ਸਾਡੀ ਲੜਾਈ ਮਿਕਦੀ ਰਹੇਗੀ, ਨਾਲੇ ਖਾਲੀ ਪਈ ਹੈ ਜ਼ਮੀਨ, ਨਾ ਅਸੀਂ ਵਾਹੁੰਦੇ ਆ ਨਾ ਹੋਰ ਕੋਈ
ਇਹ ਮਤ ਕੰਮ ਤਾਂ ਕੋਈ ਨਹੀਂ ਲੈਂਦਾ ਇਸ ਜ਼ਮੀਨ ਤੋਂ, ਤੋ ਸਾਡੀ ਲੜਾਈ ਮਿਟ ਜਾਏਗੀ। ਕਹਿ ਬੋ ਸ਼੍ਰੀ ਅਰਜਨ ਕੋ ਮਾਨਿਓ, ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਕਹਿਣਾ ਇਹਨਾਂ ਨੇ ਮੰਨ ਲਿਆ। ਦੀਏ ਰਜਤ ਪਣ ਲਛ ਪ੍ਰਕਾਸ਼, ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਇਸ ਜ਼ਮੀਨ ਦਾ ਉਸ ਵੇਲੇ ਭਾਰੀ ਮੁੱਲ ਤਾਰਿਆ। ਕਿੰਨਾ ਦੱਸਦੇ ਹਨ? ਅਧਿਕ ਸਹੰਸਰ ਸਪਤ 50, 1,57,000 ਰੁਪਇਆ ਦੇ ਕੇ ਮਹਾਰਾਜ ਜੀ ਨੇ ਤਰਨ ਤਾਰਨ ਸਾਹਿਬ ਵਾਲੀ ਜ਼ਮੀਨ ਇਹਨਾਂ ਕੋਲੋਂ ਖਰੀਦੀ। ਅੱਜ ਵੀ ਇਹ ਰਕਮ ਮਾਇਨੇ ਰੱਖਦੀ ਹੈ। ਗੁਰਦੇਵ ਨੇ ਉਸ ਸਮੇਂ ਉਹਨਾਂ ਦੋਹਾਂ ਪਿੰਡਾਂ ਨੂੰ 1,57,000 ਗੁਰੂ ਘਰ ਦੀ ਮਾਇਆ ਜਿਹੜੀ ਖਜ਼ਾਨੇ ਵਿੱਚੋਂ ਦੇ ਕੇ ਉਹ ਜ਼ਮੀਨ ਇਹਨਾਂ ਕੋਲੋਂ ਖਰੀਦੀ। ਲਈ ਭੂਮਿਕਾ ਮੋਲ ਕਨੇਰੀ, ਉਹ ਜਗ੍ਹਾ ਉਹ ਜ਼ਮੀਨ ਮਹਾਰਾਜ ਜੀ ਨੇ ਮੁੱਲ ਖਰੀਦ ਲਈ। ਦੀਨਸ ਦਰਬ ਬ੍ਰਿੰਦ ਤਿਸ ਬੇਰੀ, ਇਹਦਾ ਬਹੁਤ ਸਾਰੀ ਵੱਡੀ ਰਕਮ ਮਹਾਰਾਜ ਜੀ ਨੇ ਇਹਨਾਂ ਨੂੰ ਦਿੱਤੀ। ਰਹਿਣ ਲਗੇ ਸ਼੍ਰੀ ਗੁਰ ਤਿਸ ਥਾਨ, ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੁਣ ਇਸੇ ਜਗ੍ਹਾ ਤੇ ਪੜਾ ਕਰ ਲਿਆ। ਚਿਤਵੇਂ ਪਰ ਉਪਕਾਰ ਮਹਾਨ, ਮਹਾਰਾਜ ਜੀ ਹੁਣ ਇੱਥੇ ਪਰਉਪਕਾਰ ਚਿਤਵਨਾ ਚਾਹੁੰਦੇ ਨੇ ਇੱਥੇ ਇੱਕ ਮਹਾਨ ਸਰੋਵਰ ਲਾਇਆ ਜਾਵੇ। ਜਿਮ ਸੂਰਜ ਸਭ ਇਨ ਸੁਖ ਦੇਤ, ਜਿਵੇਂ ਸੂਰਜ ਸਾਰਿਆਂ ਨੂੰ ਸੁਖ ਦਿੰਦਾ ਹੈ, ਦੁਖਤ ਅੰਧੇਰਾ ਜਗ ਹਰ ਲੇਤ, ਜਗਤ ਦਾ ਦੁੱਖ ਦੇਣ ਵਾਲਾ ਹਨੇਰਾ ਸੂਰਜ ਦੂਰ ਕਰ ਦਿੰਦਾ ਹੈ। ਜਥਾ ਚੰਦਰਮਾ ਨਿਜ ਕਰ ਕਰ ਕੋਏ, ਜਿਵੇਂ ਚੰਦਰਮਾ ਆਪਣੀ ਸ਼ੀਤਲਤਾ ਸਾਰਿਆਂ ਨੂੰ ਦਿੰਦਾ ਹੈ। ਸਭ ਔਸ਼ਧੀ ਮੈਂ ਰਸਕ ਕੋ ਭਰ ਕੇ, ਉਹ ਸਾਰੀਆਂ ਜੜੀਆਂ ਬੂਟੀਆਂ ਵਿੱਚ ਚੰਦਰਮਾ ਆਪਣਾ ਰਸ ਭਰ ਦਿੰਦਾ ਹੈ, ਜਿਸ ਤੇ ਜੀਵ ਤ੍ਰਿਪਤ ਜਗ ਹੋਏ, ਜਿਹਦੇ ਨਾਲ ਸੰਸਾਰ ਦੇ ਜੀਵ ਸੁਖੀ ਹੁੰਦੇ ਹਨ। ਤਥਾ ਕਰੇ ਗੁਰ ਹਿਤ ਸਭ ਕੋਏ, ਇਸੇ ਤਰ੍ਹਾਂ ਸਤਿਗੁਰੂ ਜੀ ਵੀ ਸਾਰਿਆਂ ਦਾ ਹਿੱਤ ਕਰਦੇ ਨੇ। ਮਹਾਰਾਜ ਜੀ ਜਿਵੇਂ ਇੱਥੇ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਦੀ ਕਾਰ ਸੇਵਾ ਪ੍ਰਾਰੰਭ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਜਸ ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।